अरदास हमारी। जियो पिंड सब तेरा, कहो नानक सब तेरी वड्याई। कोई नाओ न जाने मेरा, कहो नानक सब तेरी वड्याई। कोई नाओ न जाने मेरा, हम अवगुण भरे एक गुण नाही। अमृत छाड़ बिखै बेखो खाई। माया मोह परम पै भूले, सुत दारा स्यों प्रीत लगाई। एक उत्तम पंथ सुनियो गुर संगत, ते मलंत जाम त्रास मिटाई। एक अरदास पाठ कीरत की, गुर रामदास राखो सरनाई। एक अरदास पाठ कीरत की, गुरु रामदास राखो सरनाई। सुकाओ टल गुर सेविय, ऐनस सहज सुभाए। दर्शन परसिय गुरु के, जन्म मरण दुख जाए। वै सिफत खसमधि, नूर अरसों कुरसों चटिय। तुद डिठे सच्चे पातशाह, मल जन्म जन्म दी कटिए। तुद डिठे सच्चे पातशाह, मल जन्म जन्म दी कटिए। सतनाम श्री वाहिगुरु साहिब जीओ। राग सुही महला पहला, को चज्जी एक ओंकार सतगुर प्रसाद। मंज कुचजी मावन ढोसड़ा, हूँ क्यों सो रावण जाओ जियो। एक दो एक चढ़ंदियाँ, कौन जाना मेरा नाम जियो। जिनी सखी सौराव्या, से अंबी छावड़ी है जियो। से गुण मुंज ना आवणी, हूँ कह जी दोष तरे ओ जियो। मंज कुचजी मावन डोसड़े, हूँ क्यों सहो रावण जाओ जियो। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत। सतगुरु जियां ने किरपा करके सत संगत दा महा सुभाग समा सानू बख्शिश कीता है। जो आप संगतां अमृत वेले तो सतगुरां दे दरबार विच बैठ के
ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਨ ਕਰਦਿਆਂ ਹੋਇਆ ਮਨੁੱਖਾ ਜਨਮ ਦੀਆਂ ਮਿਲੀਆਂ ਘੜੀਆਂ ਤੇ ਸਵਾਸ ਸਫਲੇ ਬਣਾਏ। ਇਸ ਵੇਲੇ ਸਤਿਗੁਰੂ ਲੜੀਵਾਰ ਕਥਾ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਪਹਿਲਾ ਕੁਚਜੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਇਹ ਬਾਣੀ ਹੈ। ਸੂਹੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਸਤਿਗੁਰਾਂ ਦੀ ਇਹ ਬਾਣੀ ਕੁਚਜੀ ਤੇ ਸਰਲੇਖ ਹੇਠ ਥੱਲੇ ਮਹਾਰਾਜ ਨੇ ਲਿਖੀ ਹੈ। ਕੁਚਜੀ ਹੈ, ਸੁਚਜੀ ਹੈ ਤੇ ਗੁਣਵੰਤੀ ਹੈ। ਇਹ ਤਿੰਨ ਆਪਾਂ ਸ਼ਬਦ ਸਰਵਨ ਕਰਾਂਗੇ। ਕੁਚਜੀ ਤੋਂ ਭਾਵ ਹੁੰਦਾ ਖੋਟਿਆਂ ਕੰਮਾਂ ਦੇ ਕਰਨ ਵਾਲੀ, ਤੇ ਸੁਚਜੀ ਤੋਂ ਭਾਵ ਹੁੰਦਾ ਚੰਗੇ ਸ੍ਰੇਸ਼ਟ ਕਰਮਾਂ ਨੂੰ ਕਰਨ ਵਾਲੀ, ਤੇ ਗੁਣਵੰਤੀ ਤੋਂ ਭਾਵ ਹੈ ਸ਼ੁਭ ਗੁਣਾਂ ਵਾਲੀ। ਇਹ ਜੀਵ ਰੂਪ ਜਿਹੜੀਆਂ ਇਸਤਰੀਆਂ ਨੇ ਤਿੰਨ ਤਰ੍ਹਾਂ ਦੀਆਂ ਨੇ। ਕੋਈ ਬੰਦੇ ਉਹ ਨੇ ਜਿਹੜੇ ਮਾੜੇ ਕਰਮ ਕਰਨ ਵਾਲੇ, ਕੁਝ ਉਹ ਨੇ ਜਿਹੜੇ ਚੰਗੇ ਕਰਮ ਕਰਨ ਵਾਲੇ, ਕੁਝ ਉਹ ਨੇ ਜਿਹੜੇ ਪਰਉਪਕਾਰ ਕਰਨ ਵਾਲੇ। ਉਹਨਾਂ ਤਿੰਨਾਂ ਦੀ ਹਾਲਤ ਮਹਾਰਾਜ ਇਹਨਾਂ ਤਿੰਨਾਂ ਸ਼ਬਦਾਂ ਵਿੱਚ ਬਖਸ਼ਿਸ਼ ਕਰਨਗੇ। ਵਿਦਵਾਨਾਂ ਨੇ ਉੱਤਮ, ਮੱਧਮ ਤੇ ਕਨਿਸ਼ਟ ਲਿਖਿਆ ਹੈ। ਕਨਿਸ਼ਟ ਕਿਹਾ ਜਾਂਦਾ ਹੈ ਸਭ ਤੋਂ ਥੱਲੇ ਵਾਲਾ ਲੈਵਲ, ਨੀਵਾਂ, ਜਿਹਨੂੰ ਆਪਾਂ ਕਹਿ ਦਈਏ ਕੁਚਜੀ, ਔਗਣੀ ਵਾਲਾ, ਉਹਨੂੰ ਕਿਹਾ ਜਾਂਦਾ ਕਨਿਸ਼ਟ। ਜਿਹਦੇ ਵਿੱਚ ਔਗਣ ਹੋਣ, ਜਿਹਦੇ ਵਿੱਚ ਪਾਪ ਹੋਣ, ਗੁਨਾਹ ਹੋਣ, ਉਹਨੂੰ ਕਿਹਾ ਜਾਂਦਾ ਕਨਿਸ਼ਟ। ਦੂਜੇ ਨੰਬਰ ਦਾ ਬਚਨ ਹੈ ਜਿਹਨੂੰ ਕਹਿੰਦੇ ਸੁਚਜੀ, ਸ੍ਰੇਸ਼ਟ ਗੁਣਾਂ ਵਾਲਾ, ਚੰਗੇ ਗੁਣਾਂ ਵਾਲਾ, ਉਹਨੂੰ ਕਿਹਾ ਜਾਂਦਾ ਹੈ ਮੱਧਮ। ਤੇ ਤੀਜੇ ਨੰਬਰ 'ਤੇ ਹੈ ਉੱਤਮ। ਉੱਤਮ ਤੋਂ ਭਾਵ ਸ੍ਰੇਸ਼ਟ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਹ ਮਹਾਤਮਾ ਹੈ, ਇਹ ਮਹਾਂਪੁਰਖ ਹੈ, ਇਹ ਸਵਾਸ ਸਵਾਸ ਨਾਮ ਜਪਣ ਵਾਲਾ ਹੈ, ਉਹਨੂੰ ਉੱਤਮ ਕਿਹਾ ਹੈ। ਉੱਤਮ, ਮੱਧਮ ਤੇ ਕਨਿਸ਼ਟ, ਕੁਚਜੀ, ਸੁਚਜੀ ਤੇ ਗੁਣਵੰਤੀ। ਮਹਾਰਾਜ ਇਸ ਪਹਿਲੇ ਸ਼ਬਦ ਦੇ ਅੰਦਰ ਕੁਚਜੀ ਜਿਹੜੀ ਔਗਣਾਂ ਵਾਲੀ ਹੈ ਉਹਦੇ ਪਹਿਲਾਂ ਔਗਣ ਲਿਖਣਗੇ ਵੀ ਇਹ ਬੰਦੇ ਵਿੱਚ ਕਿਹੜੇ ਕਿਹੜੇ ਔਗਣ ਨੇ, ਰੱਬ ਨੂੰ ਕਿਉਂ ਭੁੱਲਿਆ ਹੋਇਆ ਹੈ। ਉਹ ਆਪਾਂ ਅੱਜ ਸਰਵਨ ਕਰਾਂਗੇ। ਮਹਾਰਾਜ ਫਰਮਾਉਂਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪਰਮਾਤਮਾ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਇੱਕ ਹੈ ਗੁਰਮੁਖੋ। ਉਹਦੇ ਵਰਗਾ ਨਾ ਕੋਈ ਦੂਜਾ ਹੋਇਆ ਹੈ, ਨਾ ਕੋਈ ਹੋਏਗਾ, ਨਾ ਕੋ ਹੋਵਾ ਨਾ ਕੋ ਹੋਏ, ਨਾ ਕੋਈ ਹੋਇਆ ਹੈ, ਨਾ ਕਿਸੇ ਦੂਜੇ ਨੇ ਹੋਣਾ ਹੈ। ਉਹ ਐਸਾ ਪਰਮਾਤਮਾ ਹੈ। ਸਤਿਗੁਰੂ ਫਰਮਾਉਂਦੇ ਹਨ, ਮੰਝ ਕੁਚਜੀ ਅਮਾਵਨ ਡੋਸੜਾ। ਸਤਿਗੁਰੂ ਕਹਿਣ ਲੱਗੇ ਮੰਝ ਤੋਂ ਭਾਵ ਹੁੰਦਾ ਗੁਰਮੁਖੋ ਮੈਂ, ਤੇ ਕੁਚਜੀ ਤੋਂ ਭਾਵ ਹੈ ਖੋਟਿਆਂ ਚੱਜਾਂ ਵਾਲੀ, ਖੋਟਿਆਂ ਕੰਮਾਂ ਵਾਲੀ, ਮਾੜਿਆਂ ਕਰਤੱਬਾਂ ਵਾਲੀ। ਮਹਾਰਾਜ ਮੈਂ ਜੀਵ ਇਸਤਰੀ ਮਾੜਿਆਂ ਕਰਤੱਬਾਂ ਵਾਲੀ ਹਾਂ। ਮੇਰੇ ਵਿੱਚ ਖੋਟੇ ਕੰਮ, ਕੁਚੱਜ ਵਾਲੇ, ਚੰਗੇ ਨਹੀਂ, ਚੰਗਾ ਚੱਜ ਨਹੀਂ, ਕੁਚੱਜ ਮਾੜੇ ਕੰਮ। ਮੰਝ ਕੁਚੱਜੀ ਅਮਾਵਨ ਡੋਸੜੇ। ਮਹਾਰਾਜ ਜੀ ਮੰਝ ਮੇਰੇ ਵਿੱਚ ਕੁਚੱਜੀ ਕਹੀਏ ਖੋਟੇ ਕਰਤੱਬ ਕਰਨ ਵਾਲੀ, ਮਾੜੇ ਕੰਮ ਕਰਨ ਵਾਲੀ ਜਿਹੜੀ ਬਿਰਤੀ ਹੈ। ਡੋਸੜੇ ਤੋਂ ਭਾਵ ਹੁੰਦਾ ਦੋਸ਼। ਮੇਰੇ ਵਿੱਚ ਇੰਨੇ ਦੋਸ਼ ਨੇ ਕਿ ਜਿਹੜੇ ਅਮਾਵਨ, ਜਿਹੜੇ ਮੇਰੇ ਵਿੱਚ ਸਮਾਉਂਦੇ ਹੀ ਨਹੀਂ ਪਏ। ਇਹ ਨਹੀਂ ਮੇਰੇ ਵਿੱਚ ਇੱਕ ਔਗਣ ਹੈ, ਦੋ ਔਗਣ ਨੇ। ਮਹਾਰਾਜ ਸਰੀਰ ਤੇ ਮੇਰਾ ਛੋਟਾ ਹੈ, ਪਰ ਮੇਰੇ ਵਿੱਚ ਔਗਣ ਇੰਨੇ ਨੇ ਵੀ ਉਹ ਮੇਰੇ ਸਰੀਰ ਵਿੱਚ ਮਿਉਂਦੇ ਹੀ ਨਹੀਂ ਪਏ। ਮੈਂ ਇੰਨਾ ਔਗਣਾਂ ਦਾ ਭਰਿਆ ਹਾਂ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਹਮ ਔਗਣ ਭਰੇ
ਔਗਣ ਹੀ ਔਗਣ, ਗੁਨਾਹ ਹੀ ਗੁਨਾਹ, ਐਬ ਹੀ ਐਬ, ਪਾਪ ਹੀ ਪਾਪ ਮਹਾਰਾਜ ਮੇਰੇ ਵਿੱਚ ਭਰੇ ਹੋਏ, ਔਰ ਇੰਨੇ ਭਰੇ ਨੇ ਜਿਹੜੇ ਮੇਰੇ ਵਿੱਚ ਸਮਾਉਂਦੇ ਹੀ ਨਹੀਂ ਪਏ। ਮੇਰਾ ਸਰੀਰ ਰੂਪੀ ਭਾਂਡਾ ਥੋੜ੍ਹਾ ਪੈ ਗਿਆ ਹੈ, ਪਰ ਔਗਣ ਮੇਰੇ ਇਸ ਤੋਂ ਵੀ ਕਿਤੇ ਜ਼ਿਆਦਾ। ਮੰਝ ਕੁਚੱਜੀ, ਮੈਂ ਕੁਚੱਜੀ ਖੋਟਿਆਂ ਕਰਤੱਬਾਂ ਕਰਨ ਵਾਲੀ ਜੋ ਜੀਵ ਇਸਤਰੀ ਹਾਂ। ਦੋਸੜੇ ਕਹੀਏ ਦੋਸ਼, ਮੇਰੇ ਵਿੱਚ ਇੰਨੇ ਦੋਸ਼ ਨੇ, ਇੰਨੇ ਗੁਨਾਹ ਨੇ ਜਿਹੜੇ ਅਮਾਵਨ, ਜਿਹੜੇ ਮੇਰੇ ਵਿੱਚ ਸਮਾਉਂਦੇ ਨਹੀਂ ਪਏ, ਮਿਉਂਦੇ ਨਹੀਂ ਪਏ। ਇੰਨਾ ਮੈਂ ਔਗਣਾਂ ਦਾ ਭਰਿਆ ਹੋਇਆ ਹਾਂ। ਹਉ ਕਿਉ ਸਹੁ ਰਾਵਣ ਜਾਓ ਜੀਓ। ਤੇ ਫਿਰ ਮੈਂ ਉਹ ਜਿਹੜਾ ਸਹੁਪਤੀ ਪਰਮਾਤਮਾ ਹੈ ਉਹਦੇ ਆਨੰਦ ਨੂੰ ਮਾਣਨ ਵਾਸਤੇ ਕਿਵੇਂ ਪਹੁੰਚ ਸਕਦਾ ਹਾਂ? ਕਿਉਂਕਿ ਉਹਦਾ ਆਨੰਦ ਤੇ ਤਾਂ ਹੀ ਮਾਣਿਆ ਜਾ ਸਕਦਾ ਨਾ ਜੇ ਮੇਰੇ ਵਿੱਚ ਗੁਣ ਹੋਣ, ਤੇ ਤਾਂ ਹੀ ਮੈਂ ਨਾਮ ਜਪਾਂਗਾ, ਤਾਂ ਹੀ ਮੈਨੂੰ ਸਵਾਦ ਆਏਗਾ, ਤਾਂ ਹੀ ਮੈਨੂੰ ਪਰਮਾਤਮਾ ਦੀ ਬੰਦਗੀ ਦਾ ਆਨੰਦ ਆਵੇਗਾ। ਪਰ ਮੇਰੇ ਵਿੱਚ ਤੇ ਦੋਸ਼ ਹੀ ਇੰਨੇ ਨੇ, ਨਾ ਮੈਨੂੰ ਪਾਠ ਕਰਦਿਆਂ ਸਵਾਦ ਆਉਂਦਾ, ਨਾ ਮੈਨੂੰ ਨਾਮ ਜਪਦਿਆਂ ਸਵਾਦ ਆਉਂਦਾ, ਨਾ ਮੇਰੀ ਬਿਰਤੀ ਲੱਗਦੀ ਹੈ, ਨਾ ਮੇਰਾ ਧਿਆਨ ਟਿਕਦਾ ਹੈ। ਕਿਉਂ ਨਹੀਂ ਟਿਕਦਾ? ਉਹਦਾ ਕਾਰਨ ਇਹ ਹੈ ਵੀ ਮੇਰੇ ਵਿੱਚ ਔਗਣ ਬਹੁਤੇ ਨੇ। ਕਿਉਂ ਸਹੁ ਰਾਵਣ ਜਾਓ ਜੀਓ, ਮੈਂ ਉਸ ਪਤੀ ਪਰਮਾਤਮਾ ਦੇ ਆਨੰਦ ਰਸ ਨੂੰ ਕਿਵੇਂ ਮਾਣ ਸਕਦੀ ਹਾਂ, ਕਿਵੇਂ ਭੋਗ ਸਕਦੀ ਹਾਂ? ਇਹ ਨਹੀਂ ਵੀ ਪਰਮਾਤਮਾ ਵਿੱਚ ਗਲਤੀ ਹੈ, ਗਲਤੀ ਮੇਰੇ ਵਿੱਚ ਹੈ ਕਿ ਮੈਂ ਔਗਣਾਂ ਦਾ ਭਰਿਆ ਹੋਇਆ ਹਾਂ। ਇੱਕ ਦੋ ਇੱਕ ਚੜ੍ਹਨ ਦੀਆਂ, ਪਰਮਾਤਮਾ ਦੇ ਰਾਹ ਤੇ ਚੱਲਣ ਵਾਲੀਆਂ ਗੁਰਮੁਖ ਇਸਤਰੀਆਂ ਜਿਹੜੀਆਂ ਨੇ, ਜੀਵ ਰੂਪ ਇਸਤਰੀਆਂ, ਮਹਾਤਮਾ ਰੂਪੀ ਜਿਹੜੀਆਂ ਸਖੀਆਂ ਨੇ, ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੀਆਂ, ਇੱਕ ਤੋਂ ਇੱਕ ਵੱਧ ਬੰਦਗੀ ਕਰਨ ਵਾਲੀਆਂ, ਇੱਕ ਤੋਂ ਇੱਕ ਵੱਧ ਅੰਮ੍ਰਿਤ ਵੇਲਾ ਸਾਂਭਣ ਵਾਲੀਆਂ। ਮਹਾਰਾਜ ਇੱਥੇ ਇੰਨੇ ਬੰਦਗੀ ਵਾਲੇ ਬੈਠੇ ਹੋਣ, ਨਾਮ ਜਪਣ ਵਾਲੇ ਬੈਠੇ ਹੋਣ, ਜਿਹੜੇ ਸਵਾਸ ਸਵਾਸ ਨਾਮ ਜਪਦੇ ਹੋਣ, ਇੱਕ ਦੂ ਇੱਕ ਚੜ੍ਹਦੀਆਂ। ਪਰਮਾਤਮਾ ਤੇਰੇ ਦਰ ਤੇ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੀਆਂ ਜੀਵ ਇਸਤਰੀਆਂ ਨੇ। ਇੱਕ ਮਹਾਤਮਾ ਰਾਤ ਨੂੰ 1 ਘੰਟਾ ਸੌਂ ਜਾਂਦੇ ਆਰਾਮ ਕਰਨ ਵਾਸਤੇ। ਸੇਵਕਾਂ ਨੇ ਪੁੱਛਿਆ, ਕਹਿਣ ਲੱਗੇ ਜੀ ਅਸੀਂ ਤੇ 5-7 ਘੰਟੇ ਨਾ ਸੌਂਈਏ ਤੇ ਸਾਡੀ ਨੀਂਦ ਪੂਰੀ ਨਹੀਂ ਹੁੰਦੀ ਹੈ। ਤੁਸੀਂ 24 ਘੰਟਿਆਂ ਵਿੱਚੋਂ 1 ਅੱਧਾ ਘੰਟਾ ਸੌਂ ਲੈਂਦੇ ਹੋ, ਫਿਰ ਨਾਮ ਜਪਣ ਲੱਗ ਪੈਂਦੇ। ਤੇ ਮਹਾਤਮਾ ਨੇ ਉੱਤਰ ਦਿੱਤਾ, ਕਹਿਣ ਲੱਗੇ ਗੁਰਮੁਖੋ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਅਵਸਥਾ ਐਸੀ ਬਣਾ ਦਿੱਤੀ ਹੈ ਕਿ ਜੇ ਹੁਣ 1 ਘੰਟਾ ਨਾ ਵੀ ਸੋਈਏ ਤੇ ਤਾਂ ਵੀ ਕੋਈ ਗੱਲ ਨਹੀਂ ਹੈ, ਤੇ ਨਾ ਹੀ ਉਹ 1 ਘੰਟਾ ਸੌਣ ਨੂੰ ਜੀ ਕਰਦਾ ਹੈ, ਜੀ ਕਰਦਾ ਵੀ ਉਹ ਵੀ ਘੰਟਾ ਨਾਮ ਜਪ ਕੇ ਲਾਹਾ ਲੈ ਲਈਏ। ਪਰ ਕਾਰਨ ਇਹ ਹੈ ਵੀ ਪਰਮਾਤਮਾ ਨੇ ਸੌਣ ਦੀ ਵੀ ਇੱਕ ਮਰਿਆਦਾ ਬਣਾਈ ਹੈ, ਇੱਕ ਵਿਧੀ ਬਣਾਈ ਹੈ। ਅਸੀਂ ਉਸ ਮਰਿਆਦਾ ਤੋਂ ਬਾਹਰ ਨਹੀਂ ਹੋਣਾ ਚਾਹੁੰਦੇ। ਉਹਦੀ ਮਰਿਆਦਾ ਕਾਇਮ ਰੱਖਣ ਵਾਸਤੇ ਤਾਂ ਅਸੀਂ ਇੰਨਾ ਸਮਾਂ ਸੌਂਦੇ ਹਾਂ। ਵੈਸੇ ਸੌਣ ਦੀ ਲੋੜ ਨਹੀਂ ਹੈ, ਪਰ ਉਹਦੀ ਮਰਿਆਦਾ ਵੀ ਰੱਖਣੀ ਹੈ। ਤੇ ਦੂਜਾ ਬਚਨ ਗੁਰਮੁਖੋ ਇਹ ਹੈ, ਸਾਰੀ ਰਾਤ ਕਹਿਣ ਲੱਗੇ ਪਾਣੀ ਬੰਨ੍ਹ ਕੇ ਰੱਖ ਛੱਡੀਏ ਨਾ ਖੇਤ ਦਾ ਵੱਟਾਂ ਪਾ ਕੇ, ਤੇ ਸਾਰੀ ਰਾਤ ਕਿਆਰਿਆਂ ਵਿੱਚ ਭਰਿਆ ਪਾਣੀ, ਜੇ ਕਿਤੇ 1 ਘੰਟਾ ਉਹ ਪਾਣੀ ਖੁੱਲ੍ਹ ਜਾਵੇ ਤੇ ਸਾਰੇ ਖੇਤ ਵਿਹਲੇ ਹੋ ਜਾਂਦੇ। ਕਹਿਣ ਲੱਗੇ ਜਿਹੜਾ ਅਸੀਂ 1 ਘੰਟਾ ਸੌਂਦੇ ਹਾਂ ਨਾ, ਸਾਨੂੰ ਐਡਾ ਵੱਡਾ ਘਾਟਾ ਪੈ ਜਾਂਦਾ ਹੈ। 23 ਘੰਟੇ ਨਾਮ ਜਪਿਆ, 1 ਘੰਟਾ ਸੌਂ ਗਏ, ਅਸੀਂ ਇੰਨਾ ਵੱਡਾ ਘਾਟਾ ਸਮਝਦੇ ਹਾਂ। ਸਾਡਾ ਜੀ ਕਰਦਾ ਵੀ ਉਹ ਘੰਟਾ ਇੱਕ ਜਿਹੜਾ ਸੁੱਤੇ ਆ ਉਹ ਵੀ ਨਾਮ ਹੀ ਜਪ ਲੈਂਦੇ, ਉਹ ਵੀ ਬਾਣੀ ਪੜ੍ਹ ਲੈਂਦੇ। ਪਰ ਇੱਕ ਪਰਮਾਤਮਾ ਦੀ ਮਰਿਆਦਾ ਰੱਖਦਿਆਂ ਹੋਇਆਂ ਵੀ ਸੌਣ ਦੀ ਵੀ ਇੱਕ ਮਰਿਆਦਾ ਹੈ, ਉਹਦੀ ਮਰਿਆਦਾ ਤੋਂ ਬਾਹਰ ਨਹੀਂ ਹੋਣਾ। ਜਿਹੜੇ ਨਾਮ ਜਪਦੇ ਨਾ ਗੁਰਮੁਖੋ, ਉਹ ਰੱਬ ਨੂੰ ਪਿਆਰ ਹੀ ਇੰਨਾ ਕਰਦੇ ਵੀ ਉਹਦੀ ਇੱਕ ਇੱਕ ਗੱਲ ਦੇ ਉੱਪਰ ਹੀ ਚੱਲਦੇ ਨੇ, ਉਹਦੀ ਕਿਸੇ ਬਚਨ ਤੋਂ ਪਰੇ ਨਹੀਂ ਹੁੰਦੇ। ਉਹਨਾਂ ਦਾ ਪਿਆਰ ਹੀ ਇੰਨਾ ਪੈ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਇੱਕ ਦੂ ਇੱਕ ਚੜ੍ਹਾਉਂਦੀਆਂ। ਗੁਰੂ ਨਾਨਕ ਮਹਾਰਾਜ ਦੇ ਘਰ ਦੇ ਵਿੱਚ ਤੇ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਮਹਾਂਪੁਰਖ, ਕੋਈ ਕਿੰਨਾ ਸਮਾਂ ਨਾਮ ਜਪਦਾ ਹੈ, ਕੋਈ ਕਿੰਨਾ ਸਮਾਂ ਨਾਮ ਜਪਦਾ ਹੈ। ਬੇਅੰਤ ਨਾਮ ਜਪਣ ਵਾਲੇ, ਬੇਅੰਤ ਸਿਮਰਨ ਕਰਨ ਵਾਲੇ, ਬੇਅੰਤ ਬੰਦਗੀ ਕਰਕੇ ਸੇਵਾ ਕਰਨ ਵਾਲੇ, ਪਰਉਪਕਾਰ ਕਰਨ ਵਾਲੇ ਹਨ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਕੌਣ ਜਾਣੈ ਮੇਰਾ ਨਾਉ ਜੀਓ। ਮੇਰਾ ਵਿਚਾਰੀ ਦਾ ਨਾਂ ਕੌਣ ਜਾਣੇਗਾ? ਜਿੱਥੇ ਇੰਨੀ ਇੰਨੀ ਬੰਦਗੀ ਕਰਨ ਵਾਲੇ, ਸਵਾਸ ਸਵਾਸ ਨਾਮ ਜਪਣ ਵਾਲੇ, 24 ਘੰਟੇ ਨਾਮ ਜਪਣ ਵਾਲੇ, ਹਰ ਵੇਲੇ ਪਰਉਪਕਾਰ ਕਰਨ ਵਾਲੇ ਜਿੱਥੇ ਬੈਠੇ ਹੋਣ,
ਉਥੇ ਮੇਰੇ ਵਰਗੀ ਵਿਚਾਰੇ ਦਾ ਕੀ ਉਥੇ ਜ਼ੋਰ ਪੈਣਾ ਹੈ, ਜਿਹਨੇ ਕਦੇ ਕਦੇ ਨਿਤਨੇਮ ਕਰਨਾ, ਜਿਹਨੇ ਕਦੇ ਕਦੇ ਵਾਹਿਗੁਰੂ ਕਹਿਣਾ, ਜਿਹਨੇ ਕਦੇ ਕਦੇ ਸੇਵਾ ਕਰਨੀ ਹੈ। ਉਥੇ ਫਿਰ ਮੈਨੂੰ ਕੌਣ ਜਾਣੇਗਾ? ਕੋਈ ਨਹੀਂ ਜਾਣੇਗਾ, ਕਿਉਂਕਿ ਉੱਥੇ ਤੇ ਜਾਣੇ ਉਹ ਜਾਣਗੇ ਜਿਨ੍ਹਾਂ ਦੇ ਕੋਲ ਬੰਦਗੀ ਹੈ। ਦੁਨੀਆ ਦੀ ਉਦਾਹਰਨ ਲੈ ਲਈਏ, ਕਿਸੇ ਸਮਾਗਮ ਦੇ ਵਿੱਚ ਬਹੁਤੇ ਮਾਇਆਧਾਰੀ ਵਿਅਕਤੀ ਇਕੱਠੇ ਹੋ ਜਾਣ, ਪੈਸੇ ਵਾਲੇ, ਤੇ ਉੱਥੇ ਕੋਈ ਗਰੀਬ ਚਲਾ ਜਾਏ, ਉੱਥੇ ਗਰੀਬ ਨੂੰ ਕੋਈ ਨਹੀਂ ਪੁੱਛਦਾ ਹੈ। ਉੱਥੇ ਤੇ ਅਮੀਰਾਂ ਦੀ ਹੀ ਇੱਕ ਦੂਜੇ ਨਾਲ ਨਮਸਤੇ ਹੁੰਦੀ ਆ, ਅਮੀਰ ਇੱਕ ਦੂਜੇ ਦਾ ਸਵਾਗਤ ਕਰਦੇ, ਗਰੀਬ ਨੂੰ ਕੌਣ ਪੁੱਛੇਗਾ? ਮਹਾਰਾਜ ਇਸੇ ਤਰ੍ਹਾਂ ਤੇਰੇ ਦਰ ਘਰ ਦੇ ਵਿੱਚ ਬੜੇ ਬੜੇ ਬੰਦਗੀ ਕਰਕੇ ਨਾਮ ਜਪਣ ਵਾਲੇ, ਜਿਨ੍ਹਾਂ ਨੇ ਨਾਮ ਦਾ ਖਜ਼ਾਨਾ ਇਕੱਠਾ ਕੀਤਾ, ਐਸੇ ਮਹਾਤਮਾ ਅਮੀਰ ਅਵਸਥਾ ਵਿੱਚ ਬੈਠੇ ਹੋਏ, ਮੇਰੇ ਵਰਗਾ ਗਰੀਬੜਾ ਜਿਹਨੇ ਕਦੇ ਕਦੇ ਨਾਮ ਜਪਣਾ ਹੈ, ਉਹਨੂੰ ਉੱਥੇ ਕੌਣ ਪੁੱਛਦਾ ਹੈ? ਇੱਕ ਦੂ ਇੱਕ ਚੜ੍ਹਾਉਂਦੀਆਂ, ਕੌਣ ਜਾਣੇ ਮੇਰਾ ਨਾਉ ਜੀਓ। ਉੱਥੇ ਮੇਰਾ ਨਾਂ ਕਿਸੇ ਨੇ ਕੀ ਜਾਣਨਾ ਹੈ? ਜਿਨੇ ਸਖੀ ਸਹੁੰ ਰਾਵਿਆ, ਜਿਨ੍ਹਾਂ ਮਹਾਤਮਾ ਰੂਪੀ ਸਖੀਆਂ ਨੇ ਉਸ ਪਰਮਾਤਮਾ ਦੇ ਆਨੰਦ ਨੂੰ ਰਾਵਿਆ ਹੈ, ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ, ਜਿਨ੍ਹਾਂ ਨੇ ਨਾਮ ਦਾ ਸਵਾਦ ਲੈ ਲਿਆ ਹੈ। ਸੇ ਅੰਬੀ ਛਾਵੜੀ ਇਹ ਜਿਓ। ਉਹ ਮਹਾਤਮਾ ਜਿਹੜੇ ਨੇ ਨਾ, ਉਹ ਅੰਬੀ ਦੀ ਛਾਂ ਵਰਗੇ ਨੇ। ਅੰਬੀ ਕਹਿੰਦੇ ਅੰਬ, ਅੰਬ ਦੀ ਛਾਂ ਨੂੰ ਠੰਡਾ ਮੰਨਿਆ ਜਾਂਦਾ ਹੈ। ਜੇ ਰੁੱਖਾਂ ਦੀ ਛਾਂ ਦੀ ਗੱਲ ਕਰੀਏ ਤੇ ਅੰਬ ਦੀ ਛਾਂ ਸਭ ਤੋਂ ਠੰਡੀ ਮੰਨੀ ਜਾਂਦੀ ਹੈ। ਕਹਿਣ ਲੱਗੇ ਉਹ ਮਹਾਤਮਾ ਜਿਹੜੇ ਨਾਮ ਜਪਦੇ ਨਾ, ਉਹਨਾਂ ਦਾ ਸੁਭਾਅ ਕਹਿ ਲਈਏ ਅੰਬ ਦੇ ਛਾਂ ਵਰਗਾ ਹੋ ਜਾਂਦਾ ਹੈ। ਜਿਵੇਂ ਅੰਬ ਦੀ ਛਾਂ ਠੰਡੀ ਹੈ, ਉਹਨਾਂ ਮਹਾਤਮਾ ਗੁਰਮੁਖਾਂ ਦਾ ਸੁਭਾਅ ਸੀਤਲ ਹੋ ਜਾਂਦਾ, ਠੰਡਾ ਹੋ ਜਾਂਦਾ, ਨਿਮਰਤਾਵਾਨ ਹੋ ਜਾਂਦਾ ਹੈ। ਕਿਹਨਾਂ ਦਾ? ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਹੈ, ਉਹਨਾਂ ਦਾ ਸੀਤਲ ਸੁਭਾਅ ਠੰਡ ਪਾਉਣ ਵਾਲਾ, ਠੰਡਿਆਂ ਕਰ ਦੇਣ ਵਾਲਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਛਾਤੀ ਵਿੱਚ ਆ ਕੇ ਲੱਤ ਮਾਰੀ ਬਾਬਾ ਦਾਤੂ ਜੀਆਂ ਨੇ। ਗੁਰਮੁਖੋ ਅਸੀਂ ਕਿਤੇ ਬੈਠੇ ਹੋਈਏ ਨਾ ਚਾਰ ਬੰਦਿਆਂ ਦੇ ਵਿੱਚ, ਤੇ ਸਾਡੇ ਵੱਲ ਕੋਈ ਮਾੜੀ ਜੀ ਉਂਗਲ ਕਰ ਦੇਵੇ, ਮਾੜਾ ਜਿਹਾ ਕੋਈ ਉੱਚਾ ਨੀਵਾਂ ਬੋਲ ਦੇਵੇ, ਅਸੀਂ ਝਾਟੀ ਉਹਦੇ ਨਾਲ ਝਗੜਾ ਕਰੀਦਾ ਵੀ ਤੂੰ ਚਾਰ ਬੰਦਿਆਂ ਵਿੱਚ ਮੇਰਾ ਅਪਮਾਨ ਕੀਤਾ। ਸਤਿਗੁਰੂ ਬੈਠੇ ਹੋਏ ਭਰੇ ਹੋਏ ਦਰਬਾਰ ਵਿੱਚ ਲੱਤ ਮਾਰ ਕੇ ਮਹਾਰਾਜ ਨੂੰ ਡਿੱਗਿਆ, ਪਰ ਮਹਾਰਾਜ ਦਾ ਸੁਭਾਅ ਐਸਾ ਸੀਤਲ ਹੈ, ਅੰਬ ਦੀ ਛਾਂ ਵਰਗਾ, ਕਿਉਂਕਿ ਉਹਨਾਂ ਦੇ ਅੰਦਰ ਨਾਮ ਹੀ ਨਾਮ ਹੈ। ਬਾਬਾ ਦਾਤੂ ਜੀ ਦੇ ਚਰਨ ਫੜ ਕੇ ਆਖਣ ਲੱਗੇ, ਬੜਾ ਚੰਗਾ ਕੀਤਾ ਜੋ ਸਾਨੂੰ ਤੁਸੀਂ ਇਹ ਸੋਝੀ ਦਿੱਤੀ, ਗਿਆਨ ਦਿੱਤਾ ਹੈ ਕਿ ਅਸੀਂ ਗੁਰੂ ਪਾਤਸ਼ਾਹ ਦੇ ਆਏ ਸਾਹਿਬਜ਼ਾਦੇ ਨੂੰ ਵੇਖ ਕੇ ਉੱਠੇ ਨਹੀਂ, ਅਸੀਂ ਇਸ ਸਜ਼ਾ ਦੇ ਹੱਕਦਾਰ ਸੀ, ਸਾਨੂੰ ਸਜ਼ਾ ਦੇ ਕੇ ਬੜਾ ਚੰਗਾ ਕੀਤਾ। ਮਹਾਰਾਜ ਕਹਿਣ ਲੱਗੇ, ਜਿਨੀ ਸਖੀ ਸੋਹਰਾਵਿਆ ਸੇ ਅੰਬੀ ਛਾਵੜੀ ਇਹ ਜਿਓ। ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਦਾ ਰਸ ਮਾਣਿਆ ਨਾ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਭੋਗਿਆ ਹੈ, ਕਹਿਣ ਲੱਗੇ ਉਹਨਾਂ ਦਾ ਸੁਭਾਅ ਅੰਬ ਦੀ ਛਾਂ ਵਰਗਾ ਠੰਡਾ ਹੋ ਜਾਂਦਾ, ਸੀਤਲ ਸੁਭਾਅ ਦੇ ਮਾਲਕ ਬਣ ਜਾਂਦੇ। ਐਸੀਆਂ ਦਾਤਾਂ ਉਹਨਾਂ ਗੁਰਮੁਖਾਂ ਕੋਲ ਹੁੰਦੀਆਂ ਹਨ। ਸੇ ਗੁਣ ਮੰਜ ਨ ਆਵਨੀ। ਮਹਾਰਾਜ ਉਹ ਜਿਹੜੇ ਸ਼ੁਭ ਗੁਣ ਨੇ ਉਹ ਮੇਰੇ ਵਿੱਚ ਨਹੀਂ ਆਉਂਦੇ ਪਏ। ਜਿਹੜੇ ਗੁਣ ਮਹਾਤਮਾ ਦੇ ਵਿੱਚ ਨੇ ਨਾ, ਗੁਰਸਿੱਖਾਂ ਦੇ ਵਿੱਚ ਨੇ, ਉਹ ਗੁਣ ਮੇਰੇ ਵਿੱਚ ਨਹੀਂ। ਗੁਰਸਿੱਖਾਂ ਦਾ ਗੁਣ ਕੀ ਹੈ? ਮਹਾਰਾਜ ਕਹਿਣ ਲੱਗੇ ਕਿ ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਦਾ ਪਹਿਲਾ ਗੁਣ ਇਹ ਹੈ, ਅੰਮ੍ਰਿਤ ਵੇਲਾ ਸੱਚ ਨਾਉ। ਸੇ ਗੁਣ ਮੰਝ ਨਾ ਆਵਨੀ। ਉਹ ਜਿਹੜੇ ਸ੍ਰੇਸ਼ਟ ਗੁਣ ਨੇ ਉਹ ਮੇਰੇ ਵਿੱਚ ਨਹੀਂ ਹਨ। ਪਰਉਪਕਾਰ ਵਾਲੇ, ਭਲੇ ਵਾਲੇ, ਬੰਦਗੀ ਵਾਲੇ, ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ ਗੁਣ ਮੇਰੇ ਵਿੱਚ ਨਹੀਂ ਹਨ। ਓ ਕਹਿ ਜੀ ਦੋਸ਼ ਧਰੇ ਜਿਓ। ਮਹਾਰਾਜ ਮੈਂ ਆਪਣੇ ਜੀ ਦਾ ਦੋਸ਼ ਕਿਹੜੇ ਜੀ ਦੇ ਉੱਪਰ ਦੇਵਾਂ? ਮੰਨ ਲਓ ਵੀ ਗਲਤੀ ਤੇ ਮੇਰੇ ਕੋਲੋਂ ਹੋਈ ਹੈ, ਮੇਰੇ ਸੱਜੇ ਖੱਬੇ ਅੱਗੇ ਪਿੱਛੇ ਕੋਈ ਨਹੀਂ ਹੈ, ਗਲਤੀ ਮੇਰੇ ਕੋਲੋਂ ਹੋਈ ਹੈ, ਤੇ ਮੈਂ ਕਿਹਨੂੰ ਜਾ ਕੇ ਦੋਸ਼ ਦੇਵਾਂ ਕਿ ਫਲਾਣਿਆ ਤੂੰ ਇਹ ਕੰਮ ਕੀਤਾ ਹੈ? ਨਹੀਂ, ਕਿਸੇ ਨੂੰ ਤੇ ਤਾਂ ਕਿਹਾ ਜਾ ਸਕਦਾ ਹੈ ਜੇ ਕੋਈ ਮੇਰੇ ਨਾਲ ਮਿਲ ਕੇ ਕਿਸੇ ਨੇ ਗਲਤੀ ਕੀਤੀ ਹੈ, ਤੇ ਫਿਰ ਤੇ ਉਹਨੂੰ ਕਹੀਏ ਵੀ ਤੂੰ ਵੀ ਨਾਲ ਸੀ, ਤੇਰੇ ਕਰਕੇ ਗਲਤ ਹੋਇਆ ਹੈ। ਪਰ ਮਹਾਰਾਜ ਕਹਿਣ ਲੱਗੇ ਮੈਂ ਆਪਣੇ ਅਵਗੁਣ ਦਾ ਦੋਸ਼ ਕਿਹਦੇ ਤੇ ਦੇਵਾਂ? ਮੰਨ ਲਓ ਕਿ ਤੜਕੇ ਮੈਂ ਨਹੀਂ ਉੱਠਿਆ,
ਤੇ ਮੈਂ ਉਹ ਦੋਸ਼ ਮੰਜੇ ਨੂੰ ਥੋੜ੍ਹੀ ਦੇ ਸਕਦਾ ਵੀ ਮੰਜੇ ਨੇ ਮੈਨੂੰ ਉੱਠਣ ਨਹੀਂ ਦਿੱਤਾ, ਮੈਨੂੰ ਰਜਾਈ ਨੇ ਨਹੀਂ ਉੱਠਣ ਦਿੱਤਾ। ਤੜਕੇ ਉੱਠ ਕੇ ਮੈਂ ਇਸ਼ਨਾਨ ਨਹੀਂ ਕੀਤਾ, ਮੈਂ ਆਪਣਾ ਦੋਸ਼ ਪਾਣੀ ਨੂੰ ਥੋੜ੍ਹੀ ਦੇ ਸਕਦਾ ਵੀ ਪਾਣੀ ਨੇ ਮੈਨੂੰ ਇਸ਼ਨਾਨ ਨਹੀਂ ਕਰਵਾਇਆ। ਤੜਕੇ ਉੱਠ ਕੇ ਮੈਂ ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ ਹੈ, ਪਰ ਮੈਂ ਆਪਣਾ ਦੋਸ਼ ਪੋਥੀ ਨੂੰ ਤਾਂ ਨਹੀਂ ਨਾ ਦੇ ਸਕਦਾ, ਗੁਟਕਾ ਸਾਹਿਬ ਨੂੰ ਨਹੀਂ ਕਹਿ ਸਕਦਾ ਹਾਂ ਵੀ ਇਹਨਾਂ ਦੇ ਕਰਕੇ ਮੈਂ ਬਾਣੀ ਨਹੀਂ ਪੜ੍ਹ ਸਕਿਆ। ਮਹਾਰਾਜ ਕਹਿਣ ਲੱਗੇ ਸੇ ਗੁਣ ਮੰਝ ਨਾ ਆਵਨੀ, ਮੇਰੇ ਵਿੱਚ ਉਹ ਸ਼ੁਭ ਗੁਣ ਹੈ ਹੀ ਨਹੀਂ। ਗੁਰਸਿੱਖਾਂ ਵਾਲੇ ਕਹਿ ਜੀ ਦੋਸ਼ ਧਰਿਓ ਜੀਓ, ਮੈਂ ਆਪਣੇ ਜੀ ਦਾ ਦੋਸ਼ ਕਿਹਨੂੰ ਦੇਵਾਂ, ਕਿਹਨੂੰ ਮੈਂ ਦੋਸ਼ੀ ਮੰਨਾਂ ਵੀ ਫਲਾਣਾ ਦੋਸ਼ੀ ਹੈ। ਨਹੀਂ ਮਹਾਰਾਜ, ਦੋਸ਼ੀ ਕੋਈ ਵੀ ਨਹੀਂ ਹੈ, ਅਸਲ ਵਿੱਚ ਦੋਸ਼ੀ ਮੈਂ ਹੀ ਹਾਂ। ਮੈਂ ਆਪਣਾ ਦੋਸ਼ ਕਿਹਨੂੰ ਦੇਵਾਂ, ਆਪਣੀ ਗਲਤੀ ਕਿਹਦੇ ਉੱਪਰ ਸੁੱਟਾਂ? ਨਹੀਂ, ਇਹ ਤਾਂ ਕੰਮ ਚੋਰ ਲੋਕਾਂ ਦਾ ਕੰਮ ਹੈ ਵੀ ਆਪਣੀ ਗਲਤੀ ਨੂੰ ਦੂਜੇ ਉੱਪਰ ਸੁੱਟ ਦੇਣਾ। ਮਹਾਰਾਜ ਮੈਂ ਕਿਸੇ ਨੂੰ ਦੋਸ਼ ਵੀ ਨਹੀਂ ਦੇ ਸਕਦਾ ਹਾਂ। ਕਿਆ ਗੁਣ ਤੇਰੇ ਵਿਥਰਾ, ਹੋ ਕਿਆ ਕਿਆ ਕਿਨਾ ਤੇਰਾ ਨਾਉ ਜਿਓ। ਮਹਾਰਾਜ ਕਿਆ ਗੁਣ ਤੇਰੇ, ਤੇਰੇ ਕਿਹੜੇ ਕਿਹੜੇ ਗੁਣ ਕਹਿ ਕਹਿ ਕੇ ਉਹਨਾਂ ਦਾ ਵਿਸਥੀਰਨ ਕਰਾਂ, ਉਹਨਾਂ ਦਾ ਵਿਸਥਾਰ ਕਰਾਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਮਹਾਰਾਜ ਤੇਰੇ ਉਹ ਗੁਣ ਕਿਹੜੇ ਕਿਹੜੇ ਗੁਣ ਦਾ ਵਰਣਨ ਕਰਾਂ। ਜੇ ਮੈਂ ਸੁਣਨ ਦੀ ਗੱਲ ਕਰਦਾ ਹਾਂ ਤੇ ਸੁਣ ਕੇ ਵੀ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਹੈ। ਜੇ ਪੜ੍ਹਨ ਦੀ ਗੱਲ ਕਰਦਾ ਤੇ ਪੜ੍ਹ ਕੇ ਵੀ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਹੈ। ਵੇਖਣ ਦੀ ਗੱਲ ਕਰਾਂ ਤੇ ਵੇਖਿਆ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪੈਂਦਾ ਹੈ। ਅੰਤ ਨਾ ਸਿਫਤੀ ਕਹਿਨ ਨਾ ਅੰਤ। ਮਹਾਰਾਜ ਕਿਆ ਗੁਣ ਤੇਰੇ ਵਿਥਰਾ, ਮੈਂ ਤੇਰੇ ਕਿਹੜੇ ਕਿਹੜੇ ਗੁਣ ਕਹਿ ਕੇ ਉਹਨਾਂ ਦਾ ਵਿਸਥਾਰ ਕਰਾਂ। ਕਿਆ ਗੁਣ ਤੇਰਾ ਵਿਥਰਾ ਸੁਆਮੀ, ਤੂੰ ਅਪਰੰਪਾਰੋ, ਰਾਮ ਰਾਜੇ ਤੂੰ ਅਪਰੰਪਾਰ ਹੈ, ਬੇਅੰਤ ਹੈ। ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਿਸਥਾਰ ਕਰਾਂ, ਕਿਹੜੇ ਗੁਣਾਂ ਨੂੰ ਕਹਿਣਾ ਕਰਾਂ। ਹੋ ਕਿਆ ਕਿਆ ਕਿਨਾ ਤੇਰਾ ਨਾਉ ਜਿਓ। ਤੇਰੇ ਕਿਹੜੇ ਕਿਹੜੇ ਨਾਮ ਨੂੰ ਲੈ ਕੇ ਕਿੰਨਾ ਕਹੀਏ ਤੇਰਾ ਨਾਮ ਲੈਣਾ ਕਰਾਂ, ਕਿਹੜਾ ਕਿਹੜਾ ਨਾਮ ਜਪਾਂ, ਕਿਹੜੇ ਕਿਹੜੇ ਨਾਮ ਦਾ ਜਪਨ ਕਰਾਂ, ਕਿਹੜੇ ਕਿਹੜੀ ਤੇਰੀ ਉਸਤਤ ਕਰਾਂ, ਕਿਹੜੀ ਕਿਹੜੀ ਤੇਰੀ ਸਿਫਤ ਕਰਾਂ। ਮਹਾਰਾਜ ਮੈਂ ਤੇ ਤੇਰੀ ਸਿਫਤ ਕਿਸੇ ਤਰੀਕੇ ਨਾਲ ਕਰ ਹੀ ਨਹੀਂ ਸਕਦਾ ਹਾਂ। ਨਾ ਮੇਰੇ ਕੋਲ ਉਹ ਜ਼ੁਬਾਨ ਹੈ, ਨਾ ਮੇਰੇ ਕੋਲ ਉਹ ਮੱਤ ਹੈ, ਨਾ ਮੇਰੇ ਕੋਲ ਉਹ ਬੁੱਧੀ ਹੈ। ਮਹਾਰਾਜ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਨਾਮ ਲੈ ਲੈ ਕੇ ਵਰਣਨ ਕਰਾਂ, ਕਰਦਾ ਨਹੀਂ ਹਾਂ। ਇਕਤ ਢੋਲ ਨਾ ਅੰਬੜਾ, ਸਤਿਗੁਰੂ ਤੇਰੇ ਇੱਕ ਵੀ ਪਰਉਪਕਾਰ ਨੂੰ ਮੈਂ ਪੁੱਜ ਨਹੀਂ ਸਕਦਾ ਹਾਂ। ਜਿੰਨੇ ਤੂੰ ਮੇਰੇ ਤੇ ਪਰਉਪਕਾਰ ਕੀਤੇ ਨੇ ਨਾ, ਮੈਂ ਇੱਕ ਵੀ ਪਰਉਪਕਾਰ ਨੂੰ ਨਹੀਂ ਪੁੱਜ ਸਕਦਾ। ਇਹ ਜਿਹੜੇ ਅਸੀਂ ਸਵਾਸ ਲੈਂਦੇ ਪਏ ਹਾਂ, ਇਹ ਰੱਬ ਦਾ ਪਰਉਪਕਾਰ ਹੀ ਹੈ ਨਾ। ਜੇ ਰੱਬ ਸਾਨੂੰ ਇਹ ਗੱਲ ਕਵੇ ਵੀ ਤੈਨੂੰ ਇੱਕ ਸਾਹ ਦੇ ਇੰਨੇ ਪੈਸੇ ਦੇਣੇ ਪੈਣਗੇ, ਆਪਾਂ ਦੇ ਸਕਦੇ ਹਾਂ? ਭਾਵੇਂ ਆਪਾਂ ਲੱਖਾਂ ਕਰੋੜਾਂ ਰੁਪਈਏ ਇਕੱਠੇ ਕੀਤੇ ਹੋਣ, ਕਮਾਏ ਹੋਣ, ਪਰ ਜੇ ਪਰਮਾਤਮਾ ਕਵੇ ਵੀ ਭਾਈ ਸਾਹ ਤੈਨੂੰ ਮੈਂ ਮੁੱਲ ਦੇਵਾਂਗਾ, ਮੈਂ ਤੇਰੇ ਤੇ ਪਰਉਪਕਾਰ ਕੀਤਾ, ਮੈਨੂੰ ਇਹਦਾ ਮੁੱਲ ਦੇ, ਕੀ ਆਪਾਂ ਦੇ ਪਾਵਾਂਗੇ? ਜੇ ਪਰਮਾਤਮਾ ਇਹ ਗੱਲ ਕਵੇ ਵੀ ਤੂੰ ਪਾਣੀ ਪੀਣਾ ਚਾਹੁੰਦਾ ਹੈ ਪਰ ਤੈਨੂੰ ਪਾਣੀ ਦਾ ਵੀ ਮੁੱਲ ਦੇਣਾ ਪਵੇਗਾ, ਤੂੰ ਪ੍ਰਸ਼ਾਦਾ ਛਕਦਾ ਹੈ ਇਹਦਾ ਵੀ ਤੈਨੂੰ ਮੁੱਲ ਦੇਣਾ ਪਵੇਗਾ, ਆਪਾਂ ਦੇ ਨਹੀਂ ਸਕਾਂਗੇ। ਜੇ ਪਰਮਾਤਮਾ ਸਾਨੂੰ ਇਹ ਗੱਲ ਕਵੇ ਵੀ ਮੈਂ ਤੈਨੂੰ ਕੰਨ ਦਿੱਤੇ ਨੇ, ਤੂੰ ਕੰਨਾਂ ਨਾਲ ਸੁਣਦਾ ਪਿਆ, ਲਿਆ ਮੈਨੂੰ ਸੁਣਨ ਦਾ ਮੁੱਲ ਦੇ, ਤੂੰ ਮੇਰੇ ਦਿੱਤੇ ਕੰਨ ਵਰਤੇ ਨੇ। ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੋ ਬਟਾ। ਪਰਮਾਤਮਾ ਨੇ ਕੰਨਾਂ ਨੂੰ ਲਾ ਕੇ ਭੇਜਿਆ ਸੀ, ਆਪਣੇ ਆਪ ਨਹੀਂ ਕੰਨ ਆਪਣੇ ਲਾਏ। ਪਰਮਾਤਮਾ ਆਖੇ ਵੀ ਮੇਰੀ ਦਿੱਤੀ ਚੀਜ਼ ਤੂੰ ਘਸਾਉਂਦਾ ਪਿਆ, ਲਿਆ ਮੈਨੂੰ ਕੰਨਾਂ ਦਾ ਮੁੱਲ ਦੇ। ਰੱਬ ਮੈਨੂੰ ਆਖੇ ਆ ਕੇ ਵੀ ਤੂੰ ਅੱਖਾਂ ਨਾਲ ਵੇਖਦਾ ਪਿਆ ਦੁਨੀਆ ਨੂੰ, ਅੱਖਾਂ ਘੱਸਦੀਆਂ ਪਈਆਂ ਨੇ, ਮੈਂ ਤੈਨੂੰ ਅੱਖਾਂ ਦਿੱਤੀਆਂ, ਮੈਨੂੰ ਅੱਖਾਂ ਦਾ ਮੁੱਲ ਦੇ ਰੋਜ਼ ਦੀ ਰੋਜ਼। ਮੈਂ ਤੈਨੂੰ ਜ਼ੁਬਾਨ ਦਿੱਤੀ ਹੈ, ਤੂੰ ਰੋਜ਼ ਜ਼ੁਬਾਨ ਨਾਲ ਬੋਲਦਾ, ਜ਼ੁਬਾਨ ਘੱਸਦੀ ਪਈ ਹੈ, ਤੂੰ ਮੈਨੂੰ ਜ਼ੁਬਾਨ ਦਾ ਮੁੱਲ ਦੇ ਦੇ। ਤੂੰ ਮੈਂ ਤੈਨੂੰ ਦੰਦ ਦਿੱਤੇ ਨੇ, ਮੈਂ ਤੈਨੂੰ ਹੱਥ ਦਿੱਤੇ, ਮੈਂ ਤੈਨੂੰ ਪੈਰ ਦਿੱਤੇ, ਲਿਆ ਭਾਈ ਇਹਨਾਂ ਦਾ ਮੈਨੂੰ ਮੁੱਲ ਅਦਾ ਕਰ, ਰੋਜ਼ ਦੀ ਰੋਜ਼ ਮੁੱਲ ਮੋੜਿਆ ਕਰ। ਨਹੀਂ ਮੋੜਿਆ ਜਾ ਸਕਦਾ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਇਕਤ ਟੋਲ ਨਾ ਅੰਬੜਾ। ਮਹਾਰਾਜ ਤੇਰੇ ਇੱਕ ਵੀ ਪਰਉਪਕਾਰ ਦੇ ਬਰਾਬਰ ਮੈਂ ਪੁੱਜ ਹੀ ਨਹੀਂ ਸਕਦਾ, ਤੇਰੇ ਇੱਕ ਵੀ ਪਰਉਪਕਾਰ ਦਾ ਮੈਂ ਦੇਣ ਦੇ ਨਹੀਂ ਸਕਦਾ, ਨਹੀਂ ਮੇਰੇ ਕੋਲੋਂ ਦਿੱਤਾ ਜਾਣਾ। ਪਰ ਇਹ ਸਾਰੇ ਪਰਉਪਕਾਰ ਤੂੰ ਮੇਰੇ ਤੇ ਫਰੀ ਕੀਤੇ ਹੋਏ।
ਨਾ ਮੇਰੇ ਕੋਲੋਂ ਵੇਖਣ ਦਾ ਮੁੱਲ ਲੈਂਦਾ, ਨਾ ਸੁਣਨ ਦਾ ਮੁੱਲ ਲੈਂਦਾ, ਨਾ ਬੋਲਣ ਦਾ ਮੁੱਲ ਲੈਂਦਾ, ਨਾ ਤੁਰਨ ਦਾ ਮੁੱਲ ਲੈਂਦਾ ਹੈ। ਨਾ ਮੈਂ ਜਿਹੜੇ ਪਦਾਰਥ ਭੋਜਨ ਛਕਦਾ ਪਿਆ ਉਹਦਾ ਵੀ ਤੂੰ ਮੇਰੇ ਤੋਂ ਮੁੱਲ ਨਹੀਂ ਲੈਂਦਾ। ਮੈਂ ਫਰੀ ਪਾਣੀ ਪੀਂਦਾ, ਫਰੀ ਸਾਹ ਲੈਂਦਾ। ਮਹਾਰਾਜ ਤੇਰੇ ਪਾਰੋਪਕਾਰ ਮੇਰੇ 'ਤੇ ਬੜੇ ਨੇ, ਮੈਂ ਉਹਨਾਂ ਪਾਰੋਪਕਾਰਾਂ ਦਾ ਬਦਲਾ ਵੀ ਦੇ ਨਹੀਂ ਸਕਦਾ ਹਾਂ। ਫਿਰ ਬਖਸ਼ਿਸ਼ ਕਰਦੇ ਹਨ। ਇਕਤ ਢੋਲ ਨਾ ਅੰਬੜਾ। ਸੋ ਗੁਰਮੁਖੋ, ਪਰਮਾਤਮਾ ਨੇ ਜਿੱਥੇ ਪਾਰੋਪਕਾਰ ਕੀਤੇ ਉੱਥੇ ਸਾਨੂੰ ਇੰਨੇ ਪਦਾਰਥ ਦਿੱਤੇ ਨੇ, ਅਸੀਂ ਪਰਮਾਤਮਾ ਦੇ ਇੱਕ ਵੀ ਪਦਾਰਥ ਦਾ ਮੁੱਲ ਮੋੜ ਨਹੀਂ ਸਕਦੇ ਹਾਂ। ਜਿਹੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ। ਪਰਮਾਤਮਾ ਨੇ 36 ਤਰ੍ਹਾਂ ਦੇ ਭੋਜਨ ਦਿੱਤੇ ਛਕਣ ਵਾਸਤੇ। ਪਹਿਲਾਂ ਭੋਜਨ ਦਿੱਤੇ, ਫਿਰ ਭੋਜਨ ਨੂੰ ਖਾਣ ਦੀ ਸਮਰੱਥਾ ਦਿੱਤੀ, ਫਿਰ ਭੋਜਨ ਨੂੰ ਅੰਦਰ ਪਹੁੰਚਾਉਣ ਦੀ ਤਾਕਤ ਦਿੱਤੀ। ਪਚਦਾ ਪਿਆ ਅੰਦਰ ਭੋਜਨ। ਪਰ ਮਹਾਰਾਜ ਮੈਂ ਤੇਰੇ ਗੁਣਾਂ ਦਾ ਮੁੱਲ ਪਾ ਹੀ ਨਹੀਂ ਸਕਦਾ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਸੁਗੰਧਿਤ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਮਹਾਰਾਜ ਕਹਿਣ ਲੱਗੇ, ਜਿਸ ਪਰਮਾਤਮਾ ਨੇ ਜਿਨ ਨੱਕ ਕੀਤੇ ਅੱਖੀ ਨਾਕ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਜ਼ੁਬਾਨ ਦਿੱਤੀ ਹੈ ਨਾ, ਤੂੰ ਇਹਦੇ ਨਾਲ ਮਿੱਠੇ ਮਿੱਠੇ ਬਚਨ ਬੋਲ ਕੇ ਦੁਨੀਆ ਠੱਗਦਾ। ਪਰ ਮਿੱਠਾ ਬਚਨ ਤੇ ਤਾਂ ਹੀ ਬੋਲਦਾ ਪਿਆ ਨਾ ਜੇ ਰੱਬ ਨੇ ਜ਼ੁਬਾਨ ਦਿੱਤੀ ਹੈ। ਜੇ ਗੂੰਗਾ ਬਣਾ ਦਿੰਦਾ ਕਿਵੇਂ ਠੱਗਦਾ ਦੁਨੀਆ ਨੂੰ। ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਸ ਪਰਮਾਤਮਾ ਨੇ ਜ਼ੁਬਾਨ ਦਿੱਤੀ ਹੈ ਮਿੱਠੇ ਬਚਨ ਬੋਲਣ ਵਾਸਤੇ, ਇਸ ਜ਼ੁਬਾਨ ਦੇ ਨਾਲ ਤੂੰ ਬੋਲ ਕੇ ਕਈ ਆਪਣੇ ਕੰਮ ਕਢਵਾ ਲੈਂਦਾ, ਕਈ ਕੰਮ ਕਰ ਲੈਂਦਾ ਹੈ ਮਿੱਠਾ ਪਿਆਰਾ ਹੋ ਕੇ। ਪਰ ਜੇ ਪਰਮਾਤਮਾ ਬਣਾ ਹੀ ਗੂੰਗਾ ਦਿੰਦਾ ਤੇ ਕਿਵੇਂ ਮਿੱਠਾ ਬੋਲਦਾ। ਜਿਨ ਕੰਨ ਕੀਤੇ, ਜਿਸ ਪਰਮਾਤਮਾ ਨੇ ਕੰਨ ਦਿੱਤੇ। ਜਿਨ ਕੰਨ ਕੀਤੇ ਅੱਖੀ ਨਾਕ, ਜਿਹਨੇ ਅੱਖਾਂ ਦਿੱਤੀਆਂ, ਜਿਹਨੇ ਨੱਕ ਦਿੱਤਾ। ਜੇ ਉਹਨੇ ਦਿੱਤਾ ਹੈ ਤੇ ਤਾਂ ਹੀ ਵੇਖਦਾ ਪਿਆ, ਜੇ ਉਹਨੇ ਦਿੱਤਾ ਤੇ ਤਾਂ ਹੀ ਸੁਣਦਾ ਪਿਆ। ਮਹਾਰਾਜ ਕਿਆ ਗੁਣ ਕਿਆ ਟੋਲ, ਇਕਤ ਟੋਲ ਨਾ ਅੰਬੜਾ। ਮੈਂ ਤੇਰੇ ਇੱਕ ਵੀ ਗੁਣ ਦੇ ਬਰਾਬਰ ਪੁੱਜ ਹੀ ਨਹੀਂ ਸਕਦਾ। ਤੂੰ ਮੈਨੂੰ ਇੰਨੇ ਪਦਾਰਥ ਦਿੱਤੇ ਨੇ, ਮੈਂ ਇੱਕ ਵੀ ਪਦਾਰਥ ਦਾ ਮੁੱਲ ਮੋੜ ਹੀ ਨਹੀਂ ਸਕਦਾ। 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਖੋਟ ਗਵਾਵੇ। ਪਰਮਾਤਮਾ ਨੇ ਪਤਾ ਨਹੀਂ ਕਿੰਨੇ ਕੁ ਪਾਰੋਪਕਾਰ ਕੀਤੇ, ਪਰ ਵਿਅਕਤੀ ਹਮੇਸ਼ਾ ਹੀ ਉਲਾਂਭਾ ਦਿੰਦਾ। ਆਪਾਂ ਕਦੇ ਤੇ ਨਹੀਂ ਨਾ ਆਖਿਆ ਅੱਖਾਂ ਮਿਲੀਆਂ, ਨੱਕ ਸਿਰ ਮੂੰਹ ਸਾਰਾ ਕੁਝ ਮਿਲਿਆ, ਰੱਬਾ ਸ਼ੁਕਰ ਹੈ। ਨਹੀਂ, ਅਸੀਂ ਇਹ ਗੱਲ ਕਹਿੰਦੇ ਹਾਂ ਮੈਨੂੰ ਅੱਜ ਫਲਾਣੀ ਚੀਜ਼ ਨਹੀਂ ਮਿਲੀ, ਇਹ ਕਿਉਂ ਨਹੀਂ ਮਿਲੀ ਹੈ? ਰੱਬਾ ਕਿਉਂ ਨਹੀਂ ਦਿੱਤੀ ਹੈ? ਤੂੰ ਤੇ ਮੈਨੂੰ ਭੁਲਾ ਦਿੱਤਾ ਹੈ। ਜਿਹੜੀ ਅੱਜ ਨਹੀਂ ਮਿਲੀ ਉਹਦਾ ਅਸੀਂ ਉਲਾਂਭਾ ਦਿੰਦੇ ਹਾਂ ਵੀ ਅੱਜ ਮੈਨੂੰ ਮਿਲੀ ਨਹੀਂ ਹੈ। ਪਰ ਜਿਹੜੀਆਂ ਪਹਿਲਾਂ ਦਿੱਤੀਆਂ ਰੱਬ ਨੇ ਉਹਦਾ ਅਸੀਂ ਕਿੰਨਾ ਕੁ ਸ਼ੁਕਰਾਨਾ ਕੀਤਾ, ਕਿੰਨਾ ਕੁ ਧੰਨਵਾਦ ਕੀਤਾ। ਮੰਨ ਲਓ ਜੇ ਰੱਬ ਕਿਤੇ ਸਾਨੂੰ ਬੋਲੇ ਬਣਾ ਦਿੰਦਾ, ਅੰਨੇ ਬਣਾ ਦਿੰਦਾ, ਆਪਾਂ ਰੱਬ ਦਾ ਕੀ ਵਿਗਾੜ ਲੈਣਾ? ਕੋਈ ਡੰਡਾ ਚੁੱਕ ਕੇ ਆਪਾਂ ਥੋੜ੍ਹੀ ਮਾਰ ਸਕਦੇ ਹਾਂ, ਜਾਂ ਰੱਬ ਦੇ ਉੱਪਰ ਕੋਈ ਕੇਸ ਥੋੜ੍ਹੀ ਕਰ ਸਕਦੇ ਹਾਂ ਵੀ ਕਿਤੇ ਕਚਹਿਰੀ ਵਿੱਚ ਖੜਾ ਕਰ ਦਿਆਂਗੇ ਵੀ ਤੂੰ ਮੇਰੇ ਨਾਲ ਐਵੇਂ ਕਿਉਂ ਕੀਤਾ। ਅਸੀਂ ਤੇ ਰੱਬ ਦਾ ਕੁਝ ਵੀ ਨਹੀਂ ਵਿਗਾੜ ਸਕਦੇ। ਪਰ ਉਹਨੇ ਸਾਨੂੰ ਗੁਣ ਬਖਸ਼ਿਸ਼ ਕੀਤੇ ਨੇ, ਪਦਾਰਥ ਦਿੱਤੇ ਨੇ। ਇੰਨੇ ਪਦਾਰਥ ਲੈਣ ਤੋਂ ਮਗਰੋਂ ਵੀ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਦੇ ਕੀਤਾ, ਸਗੋਂ ਉਹਨੂੰ ਉਲਾਂਭਾ ਦਿੰਦੇ ਹਾਂ। ਅੱਜ ਤੂੰ ਮੈਨੂੰ ਫਲਾਣੀ ਚੀਜ਼ ਨਹੀਂ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਤੂੰ ਪਦਾਰਥ ਤੇ ਬੜੇ ਦਿੱਤੇ, ਪਰ ਮੈਂ ਉਹਨਾਂ ਇੱਕ ਵੀ ਪਦਾਰਥਾਂ ਦਾ ਗੁਣ ਨਹੀਂ ਪਾਇਆ, ਮੁੱਲ ਨਹੀਂ ਮੋੜਿਆ ਹੈ। ਓ ਸਦ ਕੁਰਬਾਨ ਹੈ ਤੇਰੇ ਨਾਮ ਜਿਓ। ਮਹਾਰਾਜ ਚਾਹੀਦਾ ਤੇ ਇਹ ਸੀ ਵੀ ਅਸੀਂ ਤੇਰੇ ਤੋਂ ਸਦਾ ਕੁਰਬਾਨ ਜਾਂਦੇ, ਤੇਰੇ ਨਾਮ ਨੂੰ ਹਰ ਵੇਲੇ ਜਪਦੇ, ਤੇਰਾ ਹਰ ਵੇਲੇ ਸ਼ੁਕਰਾਨਾ ਕਰਦੇ, ਪਰ ਨਹੀਂ, ਸਾਡੇ ਕੋਲੋਂ ਹੋਇਆ ਨਹੀਂ। ਪਰ ਜਿਹੜੇ ਗੁਰਮੁਖ ਨੇ, ਮਹਾਰਾਜ ਕਹਿਣ ਲੱਗੇ ਹੁਣ ਸਦ ਕੁਰਬਾਨੇ ਜਾਏ ਤੇਰੇ ਨਾਮ ਜਿਓ। ਉਹ ਜਿਹੜੇ ਗੁਰਮੁਖ ਨੇ ਉਹ ਹਰ ਵੇਲੇ ਤੇਰੇ ਨਾਮ ਤੋਂ ਕੁਰਬਾਨ ਜਾਂਦੇ। ਹਉ ਵਾਰੀ ਹਉ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਉ ਸਦ ਕੁਰਬਾਨੇ
ਮਹਾਰਾਜ ਦਾ ਬਚਨ ਹੈ, ਚਾਹੀਦਾ ਤੇ ਸੀ ਉਸ ਪਰਮਾਤਮਾ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਪਰ ਜਾਇਆ ਨਹੀਂ ਜਾਂਦਾ ਹੈ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬੰਦਾ ਨਾਮ ਨੂੰ ਕਿਵੇਂ ਭੁੱਲਿਆ ਹੈ। ਸੋਨਾ, ਸੋਨੇ ਦੀਆਂ ਅਸ਼ਰਫੀਆਂ, ਸੋਨੇ ਦੀਆਂ ਮੋਹਰਾਂ ਬਣਾ ਲਈਆਂ, ਸੋਨੇ ਦੇ ਗਹਿਣੇ ਬਣਾ ਕੇ ਰੱਖ ਲੈ। ਮੇਰੇ ਕੋਲ 5 ਤੋਲੇ, ਮੇਰੇ ਕੋਲ 10 ਤੋਲੇ, ਮੇਰੇ ਕੋਲ 50 ਤੋਲੇ। ਤੇ ਵੱਡੇ ਵੱਡੇ ਮੰਤਰੀਆਂ ਨੇ ਕਿਲੋਆਂ ਦੇ ਹਿਸਾਬ ਨਾਲ ਠੱਗੀ ਮਾਰ ਮਾਰ ਕੇ ਇਕੱਠਾ ਕਰ ਲਿਆ। ਮਹਾਰਾਜ, ਮੈਂ ਸੋਨੇ ਦੇ ਗਹਿਣਿਆਂ ਤੇ ਸੋਨੇ ਦੇ ਪੈਸਿਆਂ ਦੇ ਵਿੱਚ ਇਕੱਠਾ ਕਰਨ ਵਿੱਚ ਲੱਗ ਗਿਆ। ਦੂਜਾ ਬਚਨ ਮਹਾਰਾਜ ਨੇ ਵਰਤਿਆ ਰੂਪਾ। ਰੂਪਾ ਕਹਿੰਦੇ ਚਾਂਦੀ, ਚਾਂਦੀ ਦੇ ਗਹਿਣੇ ਬਣਾ ਲੈ, ਪੰਜੇਬਾਂ ਵਗੈਰਾ ਬਣਾ ਲਈਆਂ। ਤੇ ਕੁਝ ਲੋਕਾਂ ਨੇ ਚਾਂਦੀ ਦੇ ਭਾਂਡੇ ਬਣਾ ਲਏ ਵੀ ਪ੍ਰਸ਼ਾਦਾ ਚਾਂਦੀ ਦੇ ਭਾਂਡੇ ਵਿੱਚ ਛਕਣਾ, ਪਾਣੀ ਚਾਂਦੀ ਦੇ ਗਲਾਸ ਵਿੱਚ ਪੀਣਾ ਹੈ। ਚਾਂਦੀ ਦੇ ਭਾਂਡੇ ਬਣ ਗਏ, ਚਾਂਦੀ ਦੇ ਗਹਿਣੇ ਬਣ ਗਏ। ਮੋਤੀ ਤੈ ਮਾਨਕ ਜੀਓ, ਮੋਤੀ ਬਣਾ ਲੈ। ਕਈਆਂ ਨੇ ਮਾਨਕ ਹੀਰੇ ਇਕੱਠੇ ਕਰ ਲਏ, ਸਭ ਕੁਝ ਬਣਾ ਲਿਆ। ਇਹਨਾਂ ਦੇ ਰੰਗਾਂ ਦੇ ਵਿੱਚ, ਇਹਨਾਂ ਦੇ ਸਵਾਦ ਵਿੱਚ ਲੱਗ ਗਏ। ਕੋਈ ਸੋਨੇ ਦੇ ਸਵਾਦ ਵਿੱਚ ਲੱਗਾ, ਕੋਈ ਚਾਂਦੀ ਦੇ ਸਵਾਦ ਵਿੱਚ ਲੱਗਾ, ਕੋਈ ਮੋਤੀ ਇਕੱਠੇ ਕਰਦਾ ਪਿਆ, ਕੋਈ ਮਾਨਕ ਹੀਰੇ ਇਕੱਠੇ ਕਰਦਾ ਪਿਆ ਹੈ। ਇਹਨਾਂ ਰਸਾਂ ਦੇ ਵਿੱਚ ਇਹ ਰੰਗ ਦੇਣ ਵਾਲੇ ਬੜੇ ਚੰਗੇ ਲੱਗਦੇ। ਦੁਨੀਆ ਇਹਨਾਂ ਕੰਮਾਂ ਵਿੱਚ ਲੱਗੀ ਹੋਈ ਹੈ। ਸੇ ਵਸਤੂ ਸਹਿ ਦਿੱਤੀਆਂ ਮੈਂ ਤਿਨ ਸਿਉ ਲਾਇਆ ਚਿਤ ਜਿਓ। ਜਿਸ ਪਰਮਾਤਮਾ ਨੇ ਵਸਤੂ ਦਿੱਤੀਆਂ, ਅਸੀਂ ਚਿੱਤ ਵਸਤੂਆਂ ਨਾਲ ਲਾ ਲਿਆ, ਰੱਬ ਨੂੰ ਤੇ ਭੁੱਲ ਗਏ। ਹੁਣ ਸੋਨਾ ਕਿਹਨੇ ਦਿੱਤਾ? ਰੱਬ ਨੇ। ਸੋਨੇ ਨੂੰ ਸਾਂਭ ਕੇ ਰੱਖਿਆ, ਪਰ ਰੱਬ ਦੇ ਨਾਮ ਨੂੰ ਕਦੇ ਨਹੀਂ ਸਾਂਭਿਆ। ਚਾਂਦੀ ਦੇ ਭਾਂਡੇ ਤਾਂ ਹੀ ਆਉਣਗੇ ਨਾ ਘਰੇ ਰਿਜ਼ਕ ਹੋਵੇਗਾ। ਰਿਜ਼ਕ ਕਿਹਨੇ ਦਿੱਤਾ? ਪਰਮਾਤਮਾ ਨੇ। ਚਾਂਦੀ ਦੇ ਭਾਂਡਿਆਂ ਨੂੰ ਸਾਂਭ ਕੇ ਰੱਖਿਆ, ਕੋਈ ਚੱਕ ਕੇ ਨਾ ਲੈ ਜਾਵੇ, ਪਰ ਨਾਮ ਨਹੀਂ ਕਦੇ ਜਪਿਆ। ਮੋਤੀ ਤੇ ਹੀਰੇ ਸਾਂਭ ਸਾਂਭ ਕੇ ਰੱਖਦਾ ਪਿਆ ਹੈ। ਤਿਜੋਰੀਆਂ ਲੈ ਆਂਦੀਆਂ, ਕਈ ਕਈ ਲੋਕ ਲੱਗਦੇ ਨੇ, ਕੋਈ ਕੱਢ ਕੇ ਨਾ ਲੈ ਜਾਵੇ। ਪਰ ਮਹਾਰਾਜ ਕਹਿਣ ਲੱਗੇ, ਗੁਰਮੁਖੋ ਬਚਨ ਇਹ ਹੈ, ਸੇ ਵਸਤੂ ਸਹਿ ਦਿੱਤੀਆਂ। ਦਿੱਤੀਆਂ ਤੇ ਉਸ ਪਤੀ ਪਰਮਾਤਮਾ ਨਹੀਂ ਸੀ ਇਹ ਵਸਤੂਆਂ। ਜਿਹਨੇ ਦਿੱਤੀਆਂ ਉਹਨੂੰ ਕਦੇ ਚਿੱਤ ਨਹੀਂ, ਯਾਦ ਨਹੀਂ ਕੀਤਾ, ਪਰ ਜਿਹੜੀਆਂ ਦੇ ਦਿੱਤੀਆਂ ਉਹਨਾਂ ਵਸਤੂਆਂ ਨੂੰ ਜ਼ਰੂਰ ਚੇਤੇ ਕਰਦਾ। ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਹੜੀ ਸਾਨੂੰ ਉਹਨੇ ਦਾਤ ਦੇ ਦਿੱਤੀ ਹੈ ਨਾ, ਉਹ ਚੰਗੀ ਲੱਗਦੀ ਹੈ। ਮੰਨ ਲਓ ਵੀ ਰੱਬ ਨੇ ਪੁੱਤਰ ਦਿੱਤਾ ਹੈ ਤੇ ਦਾਤ ਨਾ। ਪੁੱਤਰ ਨੂੰ ਅਸੀਂ ਚੁੰਮਦੇ ਹਾਂ, ਚੱਟਦੇ ਹਾਂ, ਗੱਲ ਲਾਉਂਦੇ ਹਾਂ, ਉਹਦੇ ਨਾਲ ਲਾਡ ਪਿਆਰ ਕਰਦੇ ਹਾਂ, ਪਰ ਜਿਹਨੇ ਦਿੱਤਾ ਉਹਨੂੰ ਨਹੀਂ ਕਦੇ ਯਾਦ ਕੀਤਾ। ਸਾਨੂੰ ਪਦਾਰਥ ਪਿਆਰਾ ਹੈ, ਦਿੱਤੀ ਹੋਈ ਵਸਤੂ, ਪਰ ਪਦਾਰਥ ਦੇਣ ਵਾਲਾ ਨਹੀਂ ਚੰਗਾ ਲੱਗਦਾ। ਮੰਨ ਲਓ ਕਿ ਰੱਬ ਕਿਤੇ ਦੁਨੀਆ ਤੇ ਆ ਕੇ ਆਖੇ ਵੀ ਇਸ ਪਾਸੇ ਧਨ ਦੀ ਢੇਰੀ ਪਈ ਹੈ ਤੇ ਇਸ ਪਾਸੇ ਮੈਂ ਬੈਠਾ ਹਾਂ, ਤੇ ਦੁਨੀਆ ਦੇ ਲੋਕ ਧਨ ਦੀ ਢੇਰੀ ਨੂੰ ਪੈਣਗੇ, ਰੱਬ ਨੂੰ ਕੀ ਕਰਨਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤਿੰਨ ਸਿਉ ਲਾਇਆ ਚਿੱਤ ਜੀਓ। ਮੈਂ ਤੇ ਮਹਾਰਾਜ ਪਦਾਰਥਾਂ ਨਾਲ ਚਿੱਤ ਲਾ ਕੇ ਬੈਠ ਗਿਆ। ਮੈਨੂੰ ਵਸਤੂਆਂ ਹੀ ਚੰਗੀਆਂ ਲੱਗੀਆਂ, ਪਰ ਵਸਤੂਆਂ ਦੇਣ ਵਾਲਾ ਚੰਗਾ ਨਹੀਂ ਲੱਗਦਾ ਹੈ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਓ। ਪੱਥਰ ਨੂੰ ਇਕੱਠਾ ਕਰਕੇ, ਮਿੱਟੀ ਨੂੰ ਇਕੱਠਾ ਕਰਕੇ ਬੜੇ ਬੜੇ ਸੋਹਣੇ ਘਰ ਬਣਾ ਲੈ। ਪੱਥਰ ਲੈ ਆਂਦੇ ਮਹਿੰਗੇ ਮਹਿੰਗੇ, ਮਕਰਾਣੇ ਤੋਂ ਜਾ ਕੇ, ਰਾਜਸਥਾਨ ਤੋਂ ਜਾ ਕੇ ਮਹਿੰਗਾ ਪੱਥਰ ਲਿਆ ਕੇ ਘਰ ਵਿੱਚ ਲਾਇਆ। ਮਹਿੰਗੇ ਪੱਥਰ ਦੀਆਂ ਕੰਧਾਂ ਕੀਤੀਆਂ, ਵਿੱਚ ਮਿੱਟੀ ਪਾਈ ਹੈ, ਵਿੱਚ ਕਈ ਤਰ੍ਹਾਂ ਦਾ ਚੂਨਾ ਪਾਇਆ, ਕਈ ਤਰ੍ਹਾਂ ਦੇ ਉਹਦੇ 'ਤੇ ਜਿਹੜੇ ਨੇ ਉਹ ਸਾਰਾ ਕੁਝ ਹੀ ਕੀਤਾ। ਕਿਤੇ ਸਿਉਂਕ ਨਾ ਲੱਗ ਜਾਵੇ, ਕਿਤੇ ਕੁਝ ਮੇਰੇ ਘਰ ਨੂੰ ਸਲਾਬ ਨਾ ਆ ਜਾਵੇ, ਸਿੱਲ ਨਾ ਆ ਜਾਵੇ, ਡਿੱਗ ਨਾ ਪਵੇ, ਕਮਜ਼ੋਰ ਨਾ ਪੈ ਜਾਵੇ, ਕੰਧ ਨਾ ਬਹਿ ਜਾਵੇ। ਬੜਾ ਕੁਝ ਕੀਤਾ ਹੈ। ਮਹਾਰਾਜ ਕਹਿਣ ਲੱਗੇ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਪੱਥਰ ਇਕੱਠੇ ਕਰਕੇ, ਇੱਟਾਂ ਇਕੱਠੀਆਂ ਕਰਕੇ, ਸੀਮੈਂਟ ਸਰੀਆ ਇਕੱਠਾ ਕਰਕੇ, ਮਿੱਟੀ ਇਕੱਠੀ ਕਰਕੇ, ਪੱਥਰ ਤੇ ਟੈਲ ਇਕੱਠੀ ਕਰਕੇ ਬੜੇ ਬੜੇ ਸੋਹਣੇ ਘਰ ਬਣਾ ਲਏ, ਜਿਨ੍ਹਾਂ ਘਰਾਂ ਵਿੱਚ ਰਹਿੰਦਾ ਹੈ। ਹੋ ਇੰਨੀ ਟੋਲੀ ਭੁੱਲੀਅਸ। ਮਹਾਰਾਜ, ਮੈਂ ਇਹਨਾਂ ਪਦਾਰਥਾਂ ਵਿੱਚ ਹੀ ਭੁੱਲ ਗਿਆ। ਮੈਂ ਤੇ ਸੋਹਣਾ ਘਰ ਵੇਖ ਕੇ ਰੱਬ ਨੂੰ ਹੀ ਭੁੱਲ ਗਿਆ ਵੀ ਮੇਰਾ ਤੇ ਘਰ ਹੀ ਬੜਾ ਸੋਹਣਾ ਹੈ। ਪਰ ਕਦੇ ਇਹ ਨਹੀਂ ਚੇਤੇ ਆਇਆ ਵੀ ਜਿਹਨੇ ਘਰ ਸੋਹਣਾ ਬਣਾਉਣ ਵਾਸਤੇ ਮੈਨੂੰ ਇੰਨਾ ਕੁਝ ਦਿੱਤਾ, ਮੈਂ ਉਹਨੂੰ ਵੀ ਚੇਤੇ ਕਰਾਂ।
ਮੈਂ ਇੰਨੀ ਟੋਲੀ, ਟੋਲੀ ਤੋਂ ਭਾਵ ਹੁੰਦਾ ਪਦਾਰਥ, ਮੈਂ ਤੇ ਇਹਨਾਂ ਪਦਾਰਥਾਂ ਵਿੱਚ ਹੀ ਭੁੱਲ ਗਿਆ। ਕਦੇ ਮੈਨੂੰ ਸੋਨਾ ਚੰਗਾ ਲੱਗਣ ਲੱਗ ਪਿਆ, ਕਦੇ ਚਾਂਦੀ ਚੰਗੀ ਲੱਗਦੀ ਹੈ, ਹੀਰੇ ਚੰਗੇ ਲੱਗਦੇ, ਕਦੇ ਮੈਨੂੰ ਪੱਥਰ ਬੜਾ ਚੰਗਾ ਲੱਗਦਾ। ਮੈਂ ਦੁਨੀਆ ਨੂੰ ਆਵਾਜ਼ਾਂ ਮਾਰ ਮਾਰ ਕੇ ਵਿਖਾਉਂਦਾ, ਆਓ ਭਾਈ ਮੇਰੇ ਘਰ ਦਾ ਪੱਥਰ ਵੇਖੋ, ਮੈਂ ਫਲਾਣੀ ਥਾਂ ਤੋਂ ਲੈ ਕੇ ਆਇਆ। ਕਦੇ ਮੈਂ ਆਪਣੀਆਂ ਘਰ ਦੀਆਂ ਕੰਧਾਂ ਨਾਲ ਫੋਟੋ ਖਿੱਚ ਖਿੱਚ ਕੇ ਦੂਜਿਆਂ ਨੂੰ ਭੇਜਦਾ, ਵੇਖੋ ਮੇਰੇ ਘਰ ਦੇ ਪਰਦੇ ਲੱਗੇ, ਆਹ ਵੇਖੋ ਮੇਰੇ ਘਰ ਦੀਆਂ ਕੰਧਾਂ 'ਤੇ ਮੈਂ ਚਿੱਤਰਕਾਰੀਆਂ ਕੀਤੀਆਂ। ਮਹਾਰਾਜ ਜਿਹੜੇ ਪਦਾਰਥ ਤੂੰ ਮੈਨੂੰ ਦਿੱਤੇ, ਮੈਂ ਤੇ ਉਹਨਾਂ ਪਦਾਰਥਾਂ ਨੂੰ ਵੇਖ ਕੇ ਤੇਰਾ ਸ਼ੁਕਰਾਨਾ ਕਰਨਾ ਭੁੱਲ ਗਿਆ ਕਿ ਜੇ ਤੂੰ ਮੈਨੂੰ ਦਿੱਤੇ ਨੇ ਤੇ ਤਾਂ ਹੀ ਇਹ ਮੇਰੇ ਕੋਲ ਆਏ ਨੇ। ਤੂੰ ਪਦਾਰਥਾਂ ਨੂੰ ਦਿੱਤਾ ਹੈ, ਮੈਂ ਪਦਾਰਥਾਂ ਨੂੰ ਵੇਖ ਕੇ ਤੈਨੂੰ ਭੁੱਲ ਗਿਆ ਹਾਂ। ਇੰਨੀ ਟੋਲੀ ਭੁੱਲੀਅਸ, ਮੈਂ ਇਹਨਾਂ ਪਦਾਰਥਾਂ ਕਰਕੇ ਤੈਨੂੰ ਭੁੱਲਿਆ ਹਾਂ। ਦਿੱਤਾ ਤੇ ਸਾਰਾ ਕੁਝ ਤੂੰ ਹੀ ਹੈ ਮੈਨੂੰ, ਘਰ ਵੀ, ਪਦਾਰਥ ਵੀ, ਵਸਤੂਆਂ ਵੀ, ਸੋਨਾ ਚਾਂਦੀ ਸਾਰਾ ਕੁਝ, ਗੱਡੀ ਮੋਟਰ ਜੋ ਵੀ ਹੈ। ਪਰ ਮੈਨੂੰ ਚਾਹੀਦਾ ਸੀ ਨਾ ਵੀ ਇਹਨਾਂ ਸਭ ਕੁਝ ਵਸਤੂਆਂ ਨੂੰ ਲੈ ਕੇ ਮੈਂ ਤੇਰਾ ਵਾਰ-ਵਾਰ ਸ਼ੁਕਰਾਨਾ ਕਰਦਾ, ਪਰ ਕੀਤਾ ਨਹੀਂ ਹੈ। ਸਗੋਂ ਮਾਣ ਕੀਤਾ, ਹੰਕਾਰ ਕੀਤਾ। ਆਪਣੇ ਘਰ ਦੇ ਬਾਹਰ ਗੋਤ ਲਿਖੀ, ਆਪਣੇ ਘਰ ਦੇ ਬਾਹਰ ਜਾਤ ਲਿਖੀ, ਆਪਣੀ ਗੱਡੀ 'ਤੇ ਆਪਣੀ ਜਾਤ ਲਿਖੀ ਹੈ ਵੀ ਮੈਂ ਫਲਾਣਾ ਵਿੱਚ ਬੈਠਾ ਜਾਂਦਾ ਪਿਆ। ਰੱਬ ਦਾ ਸ਼ੁਕਰ ਨਹੀਂ ਕੀਤਾ ਵੀ ਮੈਨੂੰ ਇਹ ਰੱਬ ਨੇ ਦਿੱਤਾ ਹੈ, ਨਹੀਂ, ਮੈਂ ਫਲਾਣਾ ਹਾਂ ਇਹਦੇ ਵਿੱਚ ਬੈਠਾ ਹੋਇਆ। ਉਹ ਰੱਬ ਦਾ ਸ਼ੁਕਰ ਤੇ ਕੀਤਾ ਨਹੀਂ, ਸਗੋਂ ਮਾਣ ਕਰਕੇ ਬੈਠਾ, ਹੰਕਾਰ ਕਰਕੇ ਬੈਠਾ ਹੋਇਆ ਹੈ। ਤਿਸ ਕੰਤ ਨਾ ਬੈਠੀ ਪਾਸ ਜਿਓ, ਚਾਹੀਦਾ ਤੇ ਸੀ ਉਸ ਪਰਮਾਤਮਾ ਦਾ ਪਾਸਾ ਲੈ ਕੇ ਬੈਠਦਾ, ਉਸ ਪਰਮਾਤਮਾ ਦੇ ਵੱਲ ਬੈਠਦਾ, ਉਹਦੀ ਬੰਦਗੀ ਕਰਦਾ, ਉਹਦਾ ਨਾਮ ਜਪਦਾ, ਉਹਦਾ ਸ਼ੁਕਰਾਨਾ ਕਰਦਾ। ਪਰ ਮੈਂ ਉਸ ਪਰਮਾਤਮਾ ਦੇ ਕਦੇ ਸੰਗ ਹੋਇਆ ਹੀ ਨਹੀਂ, ਕਦੇ ਉਹਦੇ ਨਾਲ ਹੋਇਆ ਹੀ ਨਹੀਂ, ਕਦੇ ਉਹਨੂੰ ਯਾਦ ਕੀਤਾ ਹੀ ਨਹੀਂ। ਜਦੋਂ ਮੈਂ ਨਹੀਂ ਯਾਦ ਕੀਤਾ ਤੇ ਉਹ ਮੇਰੇ ਨਾਲ ਕਿੱਥੋਂ ਬੈਠੇਗਾ ਆ ਕੇ, ਮੈਂ ਉਹਨੂੰ ਪ੍ਰਾਪਤ ਨਹੀਂ ਕਰ ਸਕਿਆ। ਹਾਂ, ਅੰਬਰ ਕੂੰਜਾਂ ਕੁਰਲੀਆਂ ਭਗ ਬੈਠੇ ਆਏ ਜਿਓ। ਉਹ ਕਹਿਣ ਲੱਗੇ ਅੰਬਰ ਆਕਾਸ਼ ਦੇ ਵਿੱਚ ਕੂੰਜਾਂ ਜਿਹੜੀਆਂ ਨੇ, ਕੁਰਲੀਆਂ ਬੋਲ ਕੇ ਚਲੇ ਗਈਆਂ। ਆਕਾਸ਼ ਹੈ ਨਾ ਸਾਡੇ ਸਿਰ 'ਤੇ, ਆਕਾਸ਼ ਦੇ ਵਿੱਚ ਕੋਇਲਾਂ ਜਿਹੜੀਆਂ ਨੇ, ਆਕਾਸ਼ ਦੇ ਵਿੱਚ ਕੂੰਜਾਂ ਜਿਹੜੀਆਂ ਨੇ, ਕੂੰਜਾਂ ਬੋਲ ਕੇ ਚਲੇ ਗਈਆਂ। ਤੇ ਮਹਾਰਾਜ ਕਹਿਣ ਲੱਗੇ ਸਾ ਧਨ ਚੱਲੀ ਸਹੋਰੇ ਪੱਗ ਬੈਠੇ ਆਏ ਜਿਓ। ਫਿਰ ਉਹਨਾਂ ਕੂੰਜਾਂ ਦੀ ਥਾਂ 'ਤੇ ਬਗਲੇ ਆ ਗਏ, ਬਗਲੇ ਆ ਕੇ ਤੁਰੇ ਫਿਰਦੇ। ਪਹਿਲਾਂ ਆਕਾਸ਼ ਦੇ ਵਿੱਚ ਕੂੰਜਾਂ ਉੱਡਦੀਆਂ ਪਈਆਂ ਸਨ, ਹੁਣ ਆਕਾਸ਼ ਦੇ ਵਿੱਚ ਬਗਲੇ ਉੱਡਦੇ ਪਏ ਹਨ। ਇਹ ਤੇ ਗੁਰਮੁਖੋ ਇੱਕ ਉਦਾਹਰਣ ਹੈ, ਮਹਾਰਾਜ ਫਿਰ ਬਖਸ਼ਦੇ ਹਨ। ਅੰਬਰ ਕੂੰਜਾਂ ਕੁਰਲੀਆਂ, ਅੰਬਰ ਕੀ ਹੈ? ਇਹ ਜੋ ਸਾਡਾ ਸਿਰ ਹੈ, ਸਾਡੇ ਸਿਰ ਦੇ ਉੱਪਰ ਕੂੰਜਾਂ ਦੇ ਵਾਂਗ ਕੂੰਜਾਂ ਹੁੰਦੀਆਂ ਕਾਲੀਆਂ, ਸਾਡੇ ਸਿਰ 'ਤੇ ਸਨ ਕਾਲੇ ਵਾਲ, ਪਰ ਉਹ ਕਾਲੇ ਵਾਲ ਕੁਰਲੀਆਂ, ਕੁਰਲ ਗਏ, ਚਲੇ ਗਏ। ਕਾਲੇ ਵਾਲ ਹੁਣ ਰਹਿ ਨਹੀਂ ਗਏ ਸਿਰ ਦੇ। ਕੀ ਹੋ ਗਿਆ? ਫਰਮਾਉਂਦੇ ਹਨ ਭਗ ਬੈਠੇ ਆਏ ਜਿਓ। ਸਾਡੇ ਸਿਰ ਦੇ ਵਾਲ ਚਿੱਟੇ ਹੋ ਗਏ। ਜਦੋਂ ਜਵਾਨੀ ਸੀ ਨਾ, ਉਦੋਂ ਸਿਰ ਦੇ ਵਾਲ, ਦਾੜੇ ਦੇ ਵਾਲ ਕਾਲੇ ਸਨ ਤੇ ਚਿਹਰਾ ਬੜਾ ਦਗ ਦਗ ਕਰਦਾ, ਬੜਾ ਸੋਹਣਾ ਫੱਬਦਾ। ਸਮਾਂ ਲੰਘਿਆ, ਮਹਾਰਾਜ ਕਹਿਣ ਲੱਗੇ ਰੁੱਤ ਫਿਰੀ ਵਣ ਕੰਬਿਆ। ਜਦੋਂ ਪਤਝੜ ਆਉਂਦੀ ਹੈ ਨਾ, ਸੋਹਣਾ ਬਾਗ ਵੀ ਇੱਕ ਵਾਰੀ ਖਿੰਡ ਜਾਂਦਾ, ਬੁਰਾ ਲੱਗਣ ਲੱਗ ਪੈਂਦਾ। ਪਤਝੜ ਆਈ, ਪੱਤੇ ਝੜ ਗਏ, ਸੋਹਣੇ ਬਾਗ ਦਾ ਸੁਹੱਪਣ ਚਲੇ ਗਿਆ। ਇਹ ਸਰੀਰ ਵੀ ਤੇ ਸਾਡਾ ਬਾਗ ਹੈ। ਜਵਾਨੀ ਦੇ ਵਿੱਚ ਬੜਾ ਸੋਹਣਾ ਲੱਗਦਾ, ਬੜੀ ਫੱਬ ਹੈ, ਬੜੀ ਟੌਰ ਹੈ। ਰੁੱਤ ਫਿਰੀ, ਥੋੜ੍ਹੀ ਜਿਹੀ ਰੁੱਤ ਅੱਗੇ ਲੰਘੀ ਹੈ, ਬੁਢੇਪੇ ਵੱਲ ਨੂੰ ਪੈਰ ਪਾਇਆ ਹੈ, ਵਣ ਕੰਬਿਆ, ਸਰੀਰ ਕੰਬਣ ਲੱਗ ਪਿਆ, ਉਹ ਸੁਹੱਪਣ ਚਲੇ ਗਿਆ, ਰਹਿ ਨਹੀਂ ਗਿਆ। ਤੇ ਸਰੀਰ ਉਹਨਾਂ ਸੋਹਣਾ ਨਹੀਂ ਹੈ, ਅੱਖਾਂ ਦੇ ਪਾਸੇ ਕਾਲੇ ਹੋ ਗਏ, ਅੱਖਾਂ ਕੰਨਾਂ ਤੋਂ ਸੁਣਦਾ ਨਹੀਂ, ਹੁਣ ਬੋਲਿਆ ਨਹੀਂ ਜਾਂਦਾ, ਹੁਣ ਭੱਜਿਆ ਨਹੀਂ ਜਾਂਦਾ। ਮਹਾਰਾਜ ਕਹਿਣ ਲੱਗੇ ਅੰਬਰ ਕੂੰਜਾਂ ਕੁਰਲੀਆਂ, ਸਿਰ ਦੇ ਕੇਸ ਕਾਲੇ ਸਨ, ਕੁਰਲੀਆਂ ਭਾਵ ਕੁਰਲ ਚਲੇ ਗਏ। ਕੀ ਹੋ ਗਿਆ? ਬੱਗ ਬੈਠੇ ਆਏ ਜੀਓ। ਸਿਰ ਦੇ ਕੇਸ, ਮੂੰਹ ਦੇ ਕੇਸ ਚਿੱਟੇ ਹੋ ਗਏ, ਬੁੱਢਾ ਹੋ ਗਿਆ। ਪਰ ਬੁੱਢਾ ਹੋ ਕੇ ਵੀ ਬੁੱਢਾ ਹੋਣ ਨੂੰ ਤਿਆਰ ਨਹੀਂ ਹੈ। ਕਹਿਣ ਲੱਗਾ ਵੀ ਇਹ ਤਾਂ ਨਹੀਂ ਮੈਂ ਚਿੱਟੇ ਹੋਣ ਦੇਵਾਂਗਾ, ਇਹਦੇ ਵਾਸਤੇ ਤਾਂ ਮੇਰੇ ਕੋਲ ਹੈ ਸਮਾਨ, ਮੈਂ ਲਾ ਕੇ ਕਾਲੇ ਕਰਾਂਗਾ, ਮੈਂ ਜਵਾਨ ਲੱਗਾਂਗਾ। ਵਾਲ ਤੇ ਕਾਲੇ ਕਰ ਲੈ,
ਪਰ ਜਿਹੜੀ ਜਵਾਨੀ ਵਾਲੀ ਤਾਕਤ ਉਹ ਕਿੱਥੋਂ ਲੈ ਕੇ ਆਵੇਂਗਾ? ਜਦੋਂ ਗੋਡਿਆਂ ਨੂੰ ਹੱਥ ਪਾ ਪਾ ਕੇ ਉੱਠੇਗਾ, ਹਾਏ ਹਾਏ ਕਰਦਾ ਲੱਕ ਸਿੱਧਾ ਕਰੇਗਾ, ਉਦੋਂ ਤੇਰੇ ਕਾਲੇ ਵਾਲ ਕੀ ਕਰਨਗੇ? ਮਹਾਰਾਜ ਕਹਿਣ ਲੱਗੇ ਚਾਹੁੰਦਾ ਤੇ ਹੈ ਵੀ ਮੈਂ ਜਵਾਨ ਹੋ ਜਾਵਾਂ, ਪਰ ਇਕੱਲੇ ਕੇਸਾਂ ਨਾਲ ਜਵਾਨ ਨਹੀਂ ਹੋਇਆ ਜਾਣਾ, ਜਵਾਨੀ ਦੀ ਤਾਕਤ ਵੀ ਤੇ ਫਿਰ ਚਾਹੀਦੀ ਹੈ ਨਾ। ਪਰ ਉਹ ਤੇ ਰੱਬ ਦੇ ਦਿੱਤਿਆਂ ਹੀ ਆਉਣੀ ਹੈ, ਉਹ ਉਦੋਂ ਹੀ ਹੈ ਜਦੋਂ ਜਵਾਨੀ ਹੈ। ਹੁਣ ਦੁਨੀਆ ਨੂੰ ਕਰਕੇ ਕੀ ਵਿਖਾਉਣਾ ਹੈ? ਮਹਾਰਾਜਾ ਰਣਜੀਤ ਸਿੰਘ ਨੇ ਵੀ ਇੱਕ ਵਾਰੀ ਨਾ ਉਹਨੂੰ ਵੀ ਜੀ ਕਰ ਪਿਆ ਮੈਂ ਵੀ ਜਵਾਨ ਹੋ ਜਾਵਾਂ, ਤੇ ਦਾੜੇ ਨੂੰ ਰੰਗ ਲਾ ਲਿਆ। ਤੇ ਉਸ ਵੇਲੇ ਬਾਬਾ ਫੂਲਾ ਸਿੰਘ ਨੇ ਆਖਿਆ, ਕਹਿਣ ਲੱਗੇ ਇਹ ਕੀ ਕੀਤਾ ਹੈ? ਜਾ ਕਹਿ ਦਿਓ ਕਾਣੇ ਢੱਗੇ ਨੂੰ, ਕਿਉਂ ਕਰਦਾ ਬੱਗੇ ਚਿੱਟੇ ਨੂੰ, ਕਿਉਂ ਕਰਦਾ ਕਾਲੇ ਬੱਗੇ ਨੂੰ? ਇੱਕ ਦਿਨ ਤੇ ਦੁਨੀਆ ਤੋਂ ਮਰਨਾ ਹੈ, ਫਿਰ ਮੂੰਹ ਕਾਲਾ ਕਿਉਂ ਕਰਨਾ ਹੈ? ਇਹ ਬਚਨ ਉਹਨਾਂ ਨੇ ਆਖੇ। ਕਹਿਣ ਲੱਗੇ ਜਾਓ ਜਾ ਕੇ ਉਸ ਕਾਣੇ ਰਾਜੇ ਨੂੰ ਕਹਿ ਦਿਓ ਮਰਨਾ ਤੇ ਹੈ ਅੱਜ ਨਹੀਂ ਤੇ ਕੱਲ, ਫਿਰ ਮੂੰਹ ਕਿਉਂ ਕਾਲਾ ਕਰਦਾ? ਫਿਰ ਮਾਫੀ ਮੰਗਣੀ ਪਈ, ਨਹੀਂ ਹੁਣ ਗਾਹ ਨਹੀਂ ਕਰਾਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੰਬਰ ਕੁੰਜਾਂ ਕੁਰਲੀਆਂ, ਸਿਰ ਦੇ ਕੇਸ ਕਿੱਥੇ ਕਾਲੇ ਸਨ, ਬੱਗ ਬੈਠੇ ਆਏ ਜੀਓ ਇਹ ਚਿੱਟੇ ਹੋ ਗਏ। ਬੰਦਿਆ ਤੂੰ ਜਿੰਨੇ ਮਰਜ਼ੀ ਯਤਨ ਕਰਕੇ ਇਹਨਾਂ ਨੂੰ ਕਾਲੇ ਕਰਦਾ ਰਹੋ, ਪਰ ਜਿਹੜੀ ਅਵਸਥਾ ਜਵਾਨੀ ਵਿੱਚ ਹੁੰਦੀ ਹੈ, ਜਿਹੜਾ ਜ਼ੋਰ ਜਵਾਨੀ ਵਿੱਚ ਹੁੰਦਾ ਹੈ, ਜਿਹੜੀ ਤਾਕਤ ਜਵਾਨੀ ਵਿੱਚ ਹੈ, ਜਿਹੜਾ ਸੁਹੱਪਣ ਜਵਾਨੀ ਵਿੱਚ ਉਹ ਬੁਢੇਪੇ ਵਿੱਚ ਨਹੀਂ ਆਏਗਾ। ਕੱਲੇ ਵਾਲ ਕਾਲੇ ਕਰਦਿਆਂ ਗੱਲ ਨਹੀਂ ਬੰਨੀ ਹੈ। ਫਿਰ ਬਖਸ਼ਿਸ਼ ਕਰਦੇ ਹਨ ਅੰਬਰ ਕੂੰਜਾਂ ਕੁਰਲੀਆਂ, ਬੱਗ ਬੈਠੇ ਆਏ ਜੀਓ। ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਤੇਰਾ ਅੰਬਰ ਹਿਰਦਾ ਹੈ ਨਾ, ਇਹਦੇ ਵਿੱਚ ਕੂੰਜਾਂ ਕੁਰਲੀਆਂ, ਪਹਿਲਾਂ ਵਾਸ਼ਨਾਵਾਂ ਕੁਰਲ ਕੁਰਲ ਕਰਦੀਆਂ ਸਨ, ਵਾਸ਼ਨਾਵਾਂ ਪੈਦਾ ਹੁੰਦੀਆਂ, ਹਾਏ ਆ ਵੀ ਬਣ ਜਾਵੇ, ਹਾਏ ਆ ਵੀ ਬਣ ਜਾਵੇ। ਪਹਿਲਾਂ ਇਸ ਹਿਰਦੇ ਵਿੱਚ ਵਾਸ਼ਨਾਵਾਂ ਆਵਾਜ਼ ਦਿੰਦੀਆਂ ਨੇ, ਮੈਂ ਘਰ ਬਣਾ ਲਵਾਂ, ਮੈਂ ਆਉਣ ਜਾਣ ਦਾ ਸਾਧਨ ਬਣਾ ਲਵਾਂ, ਮੈਂ ਦੁਨੀਆ ਵਿੱਚ ਜਾਣ ਪਛਾਣ ਬਣਾ ਲਵਾਂ। ਇਹ ਵਾਸ਼ਨਾਵਾਂ ਬੋਲਦੀਆਂ ਅੰਦਰੋਂ, ਬੰਦਾ ਉੱਦਾਂ ਹੀ ਕਰਦਾ ਹੈ। ਜਦੋਂ ਸਾਰੇ ਪਦਾਰਥ ਬਣ ਜਾਂਦੇ ਹਨ, ਬੱਗ ਬੈਠੇ ਆਏ ਜੀਓ। ਇੰਨੇ ਚਿਰ ਨੂੰ ਬਗਲੇ ਆ ਗਏ। ਬਗਲੇ ਕੀ ਆ ਗਏ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆ ਗਿਆ। ਪਹਿਲਾਂ ਵਾਸ਼ਨਾਵਾਂ ਸੀ ਵੀ ਮੇਰਾ ਘਰ ਬਣ ਜਾਵੇ, ਸਾਧਨ ਬਣ ਜਾਣ, ਦੁਨੀਆ 'ਚ ਜਾਣ ਪਛਾਣ ਬਣੇ, ਬਣ ਗਏ। ਬਾਅਦ 'ਚ ਹੰਕਾਰ ਆ ਗਿਆ, ਉਹ ਮੇਰੇ ਵਰਗਾ ਕਿਹੜਾ ਹੈ ਦੁਨੀਆ 'ਤੇ? ਕੋਈ ਨਹੀਂ ਹੈ, ਮੈਂ ਹੀ ਹਾਂ ਇਸ ਵੇਲੇ ਸਰਵ ਸ੍ਰੇਸ਼ਟ ਸਾਰਿਆਂ ਤੋਂ। ਮਹਾਰਾਜ ਕਹਿਣ ਲੱਗੇ ਪਹਿਲਾਂ ਵਾਸ਼ਨਾਵਾਂ ਹੀ ਇਕੱਲੀਆਂ ਸਨ, ਹੁਣ ਵਿਕਾਰ ਵੀ ਨਾਲ ਆ ਗਏ, ਕਾਮ ਕ੍ਰੋਧ ਹੁਣੀ ਵੀ ਨਾਲ ਆ ਕੇ ਬੈਠ ਗਏ ਹਨ। ਸਾ ਧਨ ਚੱਲੀ ਸਾਹੋਰੇ। ਕਹਿਣ ਲੱਗੇ ਇੱਕ ਦਿਨ ਗੁਰਮੁਖੋ ਸਮਾਂ ਆ ਗਿਆ ਜਦੋਂ ਇਸ ਜੀਵ ਇਸਤਰੀ ਨੂੰ ਦੁਨੀਆ ਤੇ ਜਾਣਾ ਪਏਗਾ। ਜਾਮ ਆ ਗਿਆ ਲੈਣ ਵਾਸਤੇ ਵੀ ਚੱਲ ਪੁੱਤਰਾ, ਬਥੇਰੀ ਜਵਾਨੀ ਮਾਨ ਲਈ ਹੈ, ਬਥੇਰੇ ਘਰ ਬਾਰ ਵਿੱਚ ਤੂੰ ਆਨੰਦ ਲੈ ਰਿਹਾ ਨੇ, ਬਥੇਰਾ ਮਾਣ ਕਰ ਲਿਆ, ਬਥੇਰੀ ਆਕੜ ਕਰ ਲਈ ਹੈ, ਆ ਗਿਆ ਤੇਰਾ ਸਮਾਂ, ਡੀ ਐਂਡ ਹੋ ਗਿਆ ਤੇਰਾ ਦੁਨੀਆ ਤੋਂ, ਤੈਨੂੰ ਆ ਗਿਆ ਲੈਣ ਵਾਸਤੇ। ਕਹਿਣ ਲੱਗੇ ਜਦੋਂ ਜੰਮ ਲੈਣ ਵਾਸਤੇ ਆਉਂਦੇ ਹਨ, ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਇਹ ਦੱਸ ਵੀ ਰੱਬ ਨੂੰ ਜਾ ਕੇ ਕੀ ਮੂੰਹ ਵਿਖਾਵੇਂਗਾ, ਰੱਬ ਨੂੰ ਜਾ ਕੇ ਕੀ ਕਵੇਂਗਾ ਵੀ ਮੈਂ ਇੰਨੇ ਘਰ ਬਣਾ ਕੇ ਆਇਆ, ਮੈਂ ਇੰਨੇ ਸਾਧਨ ਬਣਾ ਕੇ ਆਇਆ, ਮੈਂ ਤੇ ਜਵਾਨ ਲੱਗਣ ਵਾਸਤੇ ਕਸਰਤਾਂ ਕਰਦਾ ਰਿਹਾ, ਨੁਸਖੇ ਖਾਂਦਾ ਰਿਹਾ, ਤੇ ਕਈ ਤਰ੍ਹਾਂ ਦੇ ਮੈਂ ਯਤਨ ਕੀਤੇ ਵੀ ਜਵਾਨ ਲੱਗਾ, ਆਪਣੇ ਕੇਸ ਵੀ ਕਾਲੇ ਕਰਦਾ ਰਿਹਾ, ਬੰਦਗੀ ਕੋਈ ਨਾ ਕੀਤੀ ਹੈ, ਰੱਬ ਦਾ ਸ਼ੁਕਰ ਨਹੀਂ ਕੀਤਾ। ਜਦੋਂ ਮਰ ਕੇ ਰੱਬ ਦੇ ਦਰਵਾਜ਼ੇ 'ਤੇ ਖੜਾ ਹੋਵੇਂਗਾ, ਰੱਬ ਤੇਰੇ ਤੋਂ ਹਿਸਾਬ ਮੰਗੇਗਾ, ਫਿਰ ਕੀ ਮੂੰਹ ਵਿਖਾਵੇਂਗਾ? ਬੰਦੇ ਕੋਲੋਂ ਵੱਡੀ ਗਲਤੀ ਹੋ ਜਾਵੇ ਨਾ, ਤੇ ਬੰਦਾ ਫੜਿਆ ਜਾਵੇ ਤੇ ਉਹਨੂੰ ਡੁੱਬਣ ਲੱਗਿਆ, ਮਰਨ ਲੱਗਿਆ ਥਾਂ ਨਹੀਂ ਲੱਭਦੀ ਹੈ। ਮੈਂ ਕੀ ਮੂੰਹ ਵਿਖਾਵਾਂ, ਅੱਖਾਂ ਨੀਵੀਆਂ ਕਰ ਲੈਂਦਾ ਹੈ। ਤੂੰ ਤੇ ਸਾਰੀ ਉਮਰ ਗੁਨਾਹ ਕੀਤੇ, ਜਦੋਂ ਰੱਬ ਦੀ ਦਰਗਾਹ ਵਿੱਚ ਜਾ ਕੇ ਖੜਾ ਹੋਵੇਂਗਾ, ਤੇਰਾ ਲੇਖਾ ਮੰਗਿਆ ਜਾਏਗਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਜਦੋਂ ਰੱਬ ਨੇ ਲੇਖਾ ਮੰਗਿਆ, ਫਿਰ ਕੀ ਮੂੰਹ ਵਿਖਾਵੇਂਗਾ ਰੱਬ ਨੂੰ ਜਾ ਕੇ ਕਿ ਮੈਂ ਇੰਨੇ ਪਦਾਰਥ ਤੇਰੇ ਕੋਲੋਂ ਲਏ ਨੇ, ਪਰ ਮੈਂ ਤੇਰਾ ਇੱਕ ਵਾਰੀ ਵੀ ਸ਼ੁਕਰ ਨਹੀਂ ਕੀਤਾ ਹੈ। ਕਿਹੜਾ ਮੂੰਹ ਵਿਖਾਉਣਾ ਕਰੇਗਾ? ਸੁੱਤੀ ਸੁੱਤੀ ਝਾਲ ਥੀਆ, ਭੁੱਲੀ ਵਾਟੜੀ ਆਸ ਜੀਓ। ਮਹਾਰਾਜ ਕਹਿਣ ਲੱਗੇ ਸੁੱਤਿਆਂ ਸੁੱਤਿਆਂ ਝਾਲ ਥੀਆ, ਦਿਨ ਚੜ੍ਹ ਗਿਆ। ਸਾਡੀ ਵੀ ਹਾਲਤ ਇਹੋ ਹੀ ਹੈ ਨਾ, ਰਾਤ ਨੂੰ ਅਸੀਂ ਬੜਾ ਪੱਕਾ ਇਰਾਦਾ ਕਰਕੇ ਸੌਂਦੇ, ਅਲਾਰਮ ਲਾ ਕੇ ਵੀ ਸਵੇਰੇ ਮੈਂ 4 ਵਜੇ ਉੱਠ ਹੀ ਪੈਣਾ ਹੈ, ਪਰ ਅਲਾਰਮ ਵੱਜਦਾ ਰਹਿੰਦਾ, ਅਸੀਂ ਬੰਦ ਕਰਦੇ ਰਹਿੰਦੇ, ਕਰਦਿਆਂ ਕਰਦਿਆਂ 8 ਵੱਜ ਗਏ, ਦਿਨ ਚੜ੍ਹ ਗਿਆ।
ਉਹ ਜਿਹੜਾ ਰਾਤ ਦਾ ਪ੍ਰਣ ਕੀਤਾ ਸੀ ਨਾ, ਉਹ ਤੜਕੇ ਉੱਠਿਆ ਹੀ ਨਹੀਂ ਗਿਆ। ਝਾਲ ਥੀਆ, ਝਾਲ ਤੋਂ ਭਾਵ ਹੈ ਤੜਕਾ ਹੋ ਗਿਆ, ਦਿਨ ਚੜ੍ਹ ਗਿਆ। ਤੇ ਉਹ ਜਿਹੜੀ ਰੱਬ ਦਾ ਰਸਤਾ ਸੀ ਨਾ, ਉਹ ਭੁੱਲ ਗਿਆ। ਨਾਮ ਜਪਣ ਵਾਲਾ ਉਹ ਸਮਾਂ ਭੁੱਲ ਗਿਆ ਹੈ, ਜਪਿਆ ਹੀ ਨਹੀਂ ਗਿਆ। ਅੱਜ ਮੈਂ ਤੜਕੇ ਨਹੀਂ ਉੱਠਿਆ, ਇਹ ਅੱਜ ਵਾਲਾ ਤੜਕਾ ਮੇਰੀ ਜ਼ਿੰਦਗੀ ਵਿੱਚ ਦੂਜੀ ਵਾਰੀ ਨਹੀਂ ਆਉਣਾ ਹੈ। ਜਿਹੜਾ ਅੱਜ ਮੇਰਾ ਅੰਮ੍ਰਿਤ ਵੇਲਾ ਲੰਘ ਗਿਆ ਨਾ ਸੁੱਤਿਆਂ, ਇਹ ਮੇਰੀ ਜ਼ਿੰਦਗੀ ਵਿੱਚ ਦੂਜੀ ਵਾਰੀ ਇਹ ਅੰਮ੍ਰਿਤ ਵੇਲੇ ਵਾਲਾ ਦਿਨ ਨਹੀਂ ਆਉਣਾ। ਕੱਲ੍ਹ ਨੂੰ ਨਵਾਂ ਦਿਨ ਆਉਣਾ, ਅੱਜ ਵਾਲਾ ਬਰਬਾਦ ਹੋ ਗਿਆ, ਅੱਜ ਵਾਲਾ ਖਾਲੀ ਚਲੇ ਗਿਆ। ਪਰ ਅਸੀਂ ਆਂਦੇ ਹਾਂ ਕੋਈ ਗੱਲ ਨਹੀਂ, ਅੱਜ ਨਹੀਂ ਤੇ ਕੱਲ੍ਹ ਸਹੀ। ਕੱਲ੍ਹ ਆਉਂਦਾ ਹੈ, ਫਿਰ ਆਖੀਦਾ ਕੱਲ੍ਹ ਸਹੀ। ਸਾਡੀ ਤੇ ਕੱਲ੍ਹ ਹੀ ਨਹੀਂ ਆਉਂਦੀ ਹੈ। ਕੱਲ੍ਹ ਕੱਲ੍ਹ ਕਰਦਿਆਂ ਉਹ ਕੱਲ੍ਹ ਆ ਜਾਣੀ ਹੈ ਜਿਸ ਕੱਲ੍ਹ ਨੂੰ ਸਾਡਾ ਭੋਗ ਆ ਜਾਣਾ ਹੈ। ਪਰ ਉਹ ਕੱਲ੍ਹ ਨਾਮ ਜਪਣ ਵਾਲੀ ਨਹੀਂ ਆਈ ਹੈ ਸਾਡੇ ਕੋਲ। ਮਹਾਰਾਜ ਕਹਿਣ ਲੱਗੇ, ਸੁੱਤੀ ਸੁੱਤੀ ਝਾਲ ਥੀਆ। ਸੁੱਤਿਆਂ ਸੁੱਤਿਆਂ ਝਾਲ ਹੋ ਗਿਆ, ਦਿਨ ਚੜ੍ਹ ਗਿਆ। ਗੁਰਮੁਖੋ ਬਚਨ ਮਹਾਰਾਜ ਜੀਆਂ ਦੇ ਨੇ, ਆਪਾਂ ਤੇ ਕੇਵਲ ਅਰਥ ਸਰਵਣ ਕਰਦੇ ਹਾਂ। ਮਹਾਰਾਜ ਇਹ ਬਚਨ ਕਹਿ ਰਹੇ ਨੇ, ਕਿਸੇ ਦੇ ਉੱਪਰ ਲਾ ਕੇ, ਕਿਸੇ ਦਾ ਮਨ ਦੁਖਾ ਕੇ ਕੋਈ ਬਚਨ ਨਹੀਂ ਹੈ। ਕੋਈ ਇਹ ਨਾ ਸਮਝੇ ਵੀ ਇਹ ਬਿਲਕੁਲ ਮੇਰੇ ਵਾਸਤੇ ਬਚਨ ਹੈ। ਕਈ ਵਾਰੀ ਕੋਈ ਬਚਨ ਹੁੰਦਾ ਨਾ, ਸਾਨੂੰ ਲੱਗਦਾ ਵੀ ਮੇਰੇ ਵਾਸਤੇ ਆ। ਉਹਦਾ ਕਾਰਨ ਇਹ ਹੁੰਦਾ ਹੈ ਵੀ ਉਹ ਸਾਡੇ ਵਿੱਚ ਔਗਣ ਹੁੰਦਾ ਹੈ। ਸਾਨੂੰ ਪਤਾ ਹੁੰਦਾ ਵੀ ਆਹ ਕੰਮ ਮੈਂ ਕੀਤਾ ਹੈ ਜਾਂ ਮੈਂ ਆਹ ਕੰਮ ਕਰਦਾ ਹਾਂ, ਫਿਰ ਸਾਨੂੰ ਲੱਗਦਾ ਵੀ ਇਹ ਬਚਨ ਮੈਨੂੰ ਸੁਣਾਇਆ ਹੈ। ਨਹੀਂ, ਬਚਨ ਕਿਸੇ ਨੂੰ ਸੁਣਾ ਕੇ ਨਹੀਂ ਹੁੰਦਾ ਹੈ। ਬਚਨ ਤੇ ਸਰਬ ਸੰਗਤ ਵਾਸਤੇ ਸਾਂਝਾ ਹੀ ਹੈ। ਮਹਾਰਾਜ ਕਹਿਣ ਲੱਗੇ, ਸੁੱਤਿਆਂ ਸੁੱਤਿਆਂ ਦਿਨ ਚੜ੍ਹ ਜਾਂਦਾ ਹੈ, ਪਰ ਪਰਮਾਤਮਾ ਦੇ ਰਸਤੇ ਨੂੰ ਭੁੱਲ ਕੇ ਬੈਠਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਸੁੱਤੇ ਸੁੱਤੇ ਝਾਲ ਥੀਆ, ਭੁੱਲੀ ਵਾਟੜੀ ਆਸ ਜਿਓ। ਵਿਦਿਆ ਦੀ ਨੀਂਦ ਵਿੱਚ, ਮੋਹ ਦੀ ਨੀਂਦ ਵਿੱਚ ਸੁੱਤਿਆਂ ਸੁੱਤਿਆਂ ਝਾਲ ਕਹੀਏ, ਕਾਲ ਰੂਪੀ ਦਿਨ ਚੜ੍ਹ ਗਿਆ। ਸਾਰੀ ਉਮਰ ਮੋਹ ਵਿੱਚ ਹੀ ਸੁੱਤਾ ਰਿਹਾ, ਪਰਿਵਾਰ ਨੂੰ ਪਾਲਦਾ ਰਿਹਾ। ਸਾਰੀ ਉਮਰ ਅਗਿਆਨਤਾ ਵਿੱਚ ਹੀ ਸੁੱਤਾ ਰਿਹਾ, ਕੰਮਾਂ ਵਿੱਚ ਹੀ ਲੱਗਾ ਰਿਹਾ। ਇੱਕ ਦਿਨ ਉਹ ਆ ਗਿਆ, ਝਾਲ ਥੀਆ, ਜਿੱਦਣ ਜੰਮ ਆ ਗਿਆ ਵੀ ਚੱਲ ਤੇਰਾ ਸਮਾਂ ਆ ਗਿਆ। ਭੁੱਲਲੀ ਵਾਟੜੀ ਆਸ ਜੀਓ, ਤੂੰ ਤੇ ਰੱਬ ਦਾ ਰਸਤਾ ਭੁੱਲ ਛੱਡਿਆ ਹੈ, ਨਹੀਂ ਜਪਿਆ ਹੈ। ਚੱਲ ਤੈਨੂੰ ਹੁਣ ਜਮਾਂ ਦਾ ਰਸਤਾ ਵਿਖਾਈਏ। ਫਿਰ ਐਸੀ ਹਾਲਤ ਬਣਦੀ ਹੈ। ਤੈਸੈ ਨਾਲੋਂ ਮੁੱਤੀਅਸ, ਦੁੱਖਾਂ ਕੋ ਧਰਿਆਸ ਜਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਜਿਹੜਾ ਪਰਮਾਤਮਾ ਹੈ ਉਹਦੇ ਨਾਲੋਂ ਇਹ ਜੀਵ ਰੂਪ ਇਸਤਰੀ ਭੁੱਲੀ ਹੋਈ ਹੈ, ਛੁੱਟੜ ਹੋਈ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦੁੱਖਾਂ ਦੇ ਵਿੱਚ ਆ ਕੇ ਪੈ ਗਈ ਹੈ, ਦੁੱਖਾਂ ਦੀ ਪ੍ਰਾਪਤੀ ਹੈ। ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕੀ ਅਰਦਾਸ ਜਿਓ। ਸਤਿਗੁਰੂ ਤੇਰੇ ਵਿੱਚ ਸਾਰੇ ਗੁਣ ਨੇ, ਮੇਰੇ ਵਿੱਚ ਸਾਰੇ ਅਵਗੁਣ ਨੇ। ਤੁਧ ਗੁਣ, ਤੇਰੇ ਵਿੱਚ ਨੇ ਗੁਣ, ਮੈਂ ਸਭ ਅਵਗੁਣਾ, ਮੇਰੇ ਵਿੱਚ ਸਾਰੇ ਨੇ ਅਵਗੁਣ। ਇੱਕ ਨਾਨਕੀ ਅਰਦਾਸ ਜਿਓ, ਪਰ ਮੇਰੀ ਤੇਰੇ ਇੱਕ ਚਰਨਾਂ ਵਿੱਚ ਅਰਦਾਸ ਹੈ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜਿਓ। ਜਿਹੜੀਆਂ ਮਹਾਤਮਾ ਰੂਪ ਸਖੀਆਂ ਨੇ, ਮਹਾਤਮਾ ਰੂਪ ਸੁਹਾਗਣਾ ਨੇ ਮਹਾਰਾਜ, ਉਹ ਸਾਰੀਆਂ ਤੇਰੇ ਨਾਮ ਦੇ ਵਿੱਚ ਰਾਤੀ ਕਹੀਏ ਲੱਗੀਆਂ ਹੋਈਆਂ, ਤਦਾਕਾਰ ਹੋਈਆਂ, ਮਿਲੀਆਂ ਹੋਈਆਂ। ਮੈਂ ਦੁਹਾਗਣ, ਮੈਂ ਹਾਂ ਵਿਛੜੀ ਹੋਈ, ਛੁੱਟੀ ਹੋਈ। ਕਾਈ ਰਾਤ ਜੀਓ, ਮੇਰੇ ਕੋਲ ਤੇਰੇ ਵਿੱਚ ਮਿਲਣ ਦੀ ਕੋਈ ਸਮਾਂ ਹੀ ਨਹੀਂ ਬਣਿਆ ਹੈ। ਮੈਂ ਤੇਰੇ ਵਿੱਚ ਮਿਲਣ ਵਾਸਤੇ ਤਦਾਕਾਰ ਹੋਈ ਨਹੀਂ ਹਾਂ। ਮੇਰੇ ਕੋਲ ਉਹ ਸਮਾਂ ਨਹੀਂ ਬਣਿਆ ਜਦੋਂ ਮੈਂ ਤੇਰੇ ਵਿੱਚ ਤਦਾਕਾਰ ਹੋ ਜਾਵਾਂ, ਲੀਨ ਹੋ ਜਾਵਾਂ। ਨਹੀਂ, ਉਹ ਸਮਾਂ ਨਹੀਂ ਬਣਿਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜਿਓ। ਦੇਖੋ, ਕਈ ਪੰਕਤੀਆਂ ਦੇ ਅਰਥ ਦੁਬਾਰਾ ਦੁਬਾਰਾ ਹੋਰ ਅਰਥ ਤਾਂ ਸਰਵਣ ਕਰੀਦੇ, ਸਾਨੂੰ ਕੋਈ ਵੀ ਅਰਥ ਸਮਝ ਪੈ ਜਾਵੇ ਤਾਂ ਕਿ ਸਾਡਾ ਭਲਾ ਹੋ ਜਾਵੇ। ਮਹਾਰਾਜ ਕਹਿਣ ਲੱਗੇ, ਜਿਹੜੀਆਂ ਸੁਹਾਗਣ ਜੀਵ ਇਸਤਰੀਆਂ ਨੇ, ਉਹਨਾਂ ਦੀਆਂ ਸਾਰੀਆਂ ਹੀ ਅਵਸਥਾ ਸਫਲੀਆਂ ਨੇ। ਨਾਮ ਜਪਣ ਵਾਲਿਆਂ ਦਾ ਜਿਹੜਾ ਬਚਪਨ ਉਹ ਵੀ ਸਫਲਾ ਹੈ, ਨਾਮ ਜਪਣ ਵਾਲਿਆਂ ਦੀ ਜਵਾਨੀ ਵੀ ਸਫਲੀ ਹੈ, ਨਾਮ ਜਪਣ ਵਾਲਿਆਂ ਦਾ ਬੁਢੇਪਾ ਵੀ ਸਫਲਾ ਹੈ। ਪਰ ਮਹਾਰਾਜ, ਮੈਂ ਹਾਂ ਦੁਹਾਗਣ, ਮੈਂ ਹਾਂ ਛੁੱਟੜ ਹੋਇਆ, ਮੈਂ ਹਾਂ ਤੇਰੇ ਤੋਂ ਦੂਰ। ਮਹਾਰਾਜ, ਇੱਕ ਅਵਸਥਾ ਮੈਨੂੰ ਵੀ ਬਖਸ਼ਿਸ਼ ਕਰ ਦਿਓ, ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਬਚਪਨ ਵਿੱਚ ਨਾਮ ਦੇ ਦਿਓ, ਬਚਪਨ ਵਿੱਚ ਜਪ ਲਵਾਂ। ਜੇ ਬਚਪਨ ਵਿੱਚ ਨਹੀਂ ਜਪ ਸਕਿਆ, ਮਹਾਰਾਜ ਕਿਰਪਾ ਕਰੋ ਮੈਂ ਜਵਾਨੀ ਵਿੱਚ ਜਪ ਲਵਾਂ।
ਜੇ ਜਵਾਨੀ ਵਿੱਚ ਨਹੀਂ ਜਪ ਸਕਿਆ ਮੇਰੇ ਤੇ ਕਿਰਪਾ ਕਰੋ, ਮੈਂ ਬੁਢਾਪੇ ਦੇ ਵਿੱਚ ਜਪ ਲਵਾਂ, ਬੁੱਢਾ ਹੋ ਕੇ ਜਪ ਲਵਾਂ। ਤਿੰਨਾਂ ਅਵਸਥਾ ਦੇ ਵਿੱਚੋਂ ਕਿਸੇ ਅਵਸਥਾ ਵਿੱਚ ਤੇ ਜਪ ਲਵਾਂ ਨਾ, ਤਾਂ ਕਿ ਮੇਰਾ ਭਲਾ ਤੇ ਹੋ ਜਾਵੇ। ਮਹਾਰਾਜ ਕਹਿਣ ਲੱਗੇ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਏ। ਜੇ ਕਾਲੇ ਦਾੜੇ ਦੇ ਹੁੰਦਿਆਂ, ਕਾਲੇ ਕੇਸਾਂ ਦੇ ਹੁੰਦਿਆਂ ਰੱਬ ਨਹੀਂ ਨਾ ਯਾਦ ਕੀਤਾ ਗਿਆ, ਕੋਈ ਗੱਲ ਨਹੀਂ। ਧੌਲੀ ਰਾਵੈ ਕੋਏ, ਫਿਰ ਚਿੱਟੇ ਦਾੜੇ ਦੇ ਹੁੰਦਿਆਂ ਉਦੋਂ ਰੱਬ ਨੂੰ ਯਾਦ ਕਰ ਲਾ, ਚਿੱਟੇ ਕੇਸਾਂ ਦੇ ਹੁੰਦਿਆਂ ਉਦੋਂ ਯਾਦ ਕਰ ਲਾ, ਪਰ ਕਰ ਜ਼ਰੂਰ ਲੈ। ਕੱਲਾ ਪਛਤਾਵਾ ਨਾ ਕਰ ਵੀ ਮੈਂ ਤੇ ਜਵਾਨੀ ਵਿੱਚ ਨਾਮ ਨਹੀਂ ਜਪਿਆ, ਹੁਣ ਮੈਂ ਕੀ ਕਰਾਂ। ਨਹੀਂ, ਇੱਥੇ ਕੋਈ ਸਮੇਂ ਦੀ ਸੀਮਾ ਨਹੀਂ ਹੈ, ਤੂੰ ਬੁਢੇਪੇ ਦੇ ਵਿੱਚ ਵੀ ਕਰ ਸਕਦਾ ਹੈ, ਪਰ ਕਰ ਜ਼ਰੂਰ। ਪਰ ਜੇ ਗੁਰਮੁਖਾ ਬੁਢੇਪੇ ਵਿੱਚ ਵੀ ਨਾ ਕੀਤਾ ਤੇ ਫਿਰ ਅੱਗੇ ਤੋਂ ਕੋਈ ਅਵਸਥਾ ਆਉਣੀ ਨਹੀਂ, ਅੱਗੇ ਤੇ ਖਤਮ ਹੈ ਕਹਾਣੀ। ਇਹ ਮਹਾਰਾਜ ਜੀਆਂ ਨੇ ਕੁਚੱਜੀ ਦੇ ਔਗਣ ਲਿਖੇ ਨੇ, ਕੁਚੱਜੀ, ਸੁਚੱਜੀ ਤੇ ਗੁਣਵੰਤੀ, ਤਿੰਨ ਸ਼ਬਦ ਨੇ ਗੁਰੂ ਨਾਨਕ ਸਾਹਿਬ ਜੀਆਂ ਦੇ। ਅੱਜ ਆਪਾਂ ਕੁਚੱਜੀ ਦੇ ਔਗਣ ਸਰਵਣ ਕੀਤੇ ਵੀ ਬੰਦੇ ਵਿੱਚ ਔਗਣ ਕਿਹੜੇ ਕਿਹੜੇ ਨੇ, ਰੱਬ ਨੂੰ ਯਾਦ ਕਿਉਂ ਨਹੀਂ ਕਰਦਾ ਹੈ। ਹੁਣ ਕੱਲ੍ਹ ਨੂੰ ਆਪਾਂ ਸੁਚੱਜੀ ਸ੍ਰੇਸ਼ਟ ਗੁਣਾਂ ਵਾਲਿਆਂ ਦੀ ਕਥਾ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਵਿਚਾਰ ਕਰਦਿਆਂ, ਸਤਿਗੁਰਾਂ ਦੇ ਸ਼ਬਦ ਸੁਣਾਉਂਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ, ਆਪ ਸੰਗਤਾਂ ਨੇ ਮਾਫ ਕਰਨੀਆਂ। ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜਿਓ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।